ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦੇ ਇਸ ਪਾਵਨ ਪਰਵ ਦੀਆਂ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਜੋ ਅਸੀਂ ਆਜ਼ਾਦ ਭਾਰਤ 'ਚ ਸਾਹ ਲੈ ਰਹੇ ਹਾਂ, ਉਸ ਦੇ ਪਿੱਛੇ ਮਾਂ ਭਾਰਤੀ ਦੇ ਲੱਖਾਂ ਬੇਟੇ ਬੇਟੀਆਂ, ਉਹਨਾਂ ਦਾ ਤਿਆਗ, ਉਹਨਾਂ ਦਾ ਬਲੀਦਾਨ ਤੇ ਮਾਂ ਭਾਰਤੀ ਨੂੰ ਆਜ਼ਾਦ ਕਰਵਾਉਣ ਲਈ ਉਹਨਾਂ ਦੇ ਸੰਕਲਪ ਦੇ ਪ੍ਰਤੀ ਉਹਨਾਂ ਦਾ ਸਮਰਪਣ ਅੱਜ ਐਸੇ ਸਾਡੇ ਸਾਰੇ ਆਜ਼ਾਦੀ ਘੁਲਾਟੀਆਂ ਦਾ, ਆਜ਼ਾਦੀ ਦੇ ਵੀਰਾਂ ਦਾ, ਨਰ ਬਾਂਕੁਰਿਆਂ ਦਾ, ਵੀਰ ਸ਼ਹੀਦਾਂ ਦਾ ਨਮਨ ਕਰਨ ਦਾ ਇਹ ਪਰਵ ਹੈ। ਸਾਡੀ ਫੌਜ ਦੇ ਜਾਂਬਾਜ਼ ਜਵਾਨ, ਸਾਡੇ ਅਰਧ ਸੈਨਿਕ ਬਲ, ਸਾਡੀ ਪੁਲਿਸ ਦੇ ਜਵਾਨ, ਸੁਰੱਖਿਆ ਬਲ ਨਾਲ ਜੁੜਿਆ ਹਰ ਕੋਈ ਮਾਂ ਭਾਰਤੀ ਦੀ ਰੱਖਿਆ 'ਚ ਜੁਟੇ ਰਹਿੰਦੇ ਨੇ, ਸਾਧਾਰਨ ਲੋਕਾਂ ਦੀ ਸੁਰੱਖਿਆ 'ਚ ਲੱਗੇ ਰਹਿੰਦੇ ਨੇ। ਅੱਜ ਉਹਨਾਂ ਸਾਰਿਆਂ ਨੂੰ ਵੀ ਦਿਲੋਂ ਆਦਰ ਨਾਲ ਯਾਦ ਕਰਨ ਦਾ, ਉਹਨਾਂ ਦੇ ਮਹਾਨ ਤਿਆਗ, ਤਪੱਸਿਆ ਨੂੰ ਨਮਨ ਕਰਨ ਦਾ ਪਰਵ ਹੈ। ਇੱਕ ਨਾ ਹੋਰ, ਸ਼੍ਰੀ ਅਰਵਿੰਦ ਘੋਸ਼ ਕ੍ਰਾਂਤੀ ਦੂਤ ਤੋਂ ਲੈ ਕੇ ਅਧਿਆਤਮ ਦੀ ਯਾਤਰਾ। ਅੱਜ ਉਹਨਾਂ ਦੀ ਜਨਮ ਜਯੰਤੀ ਹੈ। ਸਾਨੂੰ ਉਹਨਾਂ ਦੇ ਸੰਕਲਪਾਂ ਤੋਂ, ਆਪਣੇ ਸੰਕਲਪਾਂ ਨੂੰ ਪੂਰਾ ਕਰਨ ਲਈ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ। ਅਸੀਂ ਇੱਕ ਖਾਸ ਹਾਲਾਤ 'ਚੋਂ ਗੁਜ਼ਰ ਰਹੇ ਹਾਂ। ਅੱਜ ਛੋਟੇ-ਛੋਟੇ ਬੱਚੇ ਮੇਰੇ ਸਾਹਮਣੇ ਨਜ਼ਰ ਨਹੀਂ ਆ ਰਹੇ। ਭਾਰਤ ਦੇ ਰੌਸ਼ਨ ਭਵਿੱਖ ਨੂੰ ਕੋਰੋਨਾ ਨੇ ਸਾਰਿਆਂ ਨੂੰ ਰੋਕਿਆ ਹੋਇਆ। ਇਸ ਕੋਰੋਨਾ ਦੇ ਕਾਲ ਖੰਡ 'ਚ ਲੱਖਾਂ ਕੋਰੋਨਾ ਵਾਰੀਅਰਸ, ਚਾਹੇ ਡਾਕਟਰ ਹੋਣ, ਨਰਸਾਂ ਹੋਣ, ਸਫਾਈ ਕਰਮਚਾਰੀ ਹੋਣ, ਐਂਬੂਲੈਂਸ ਚਲਾਉਣ ਵਾਲੇ ਲੋਕ ਹੋਣ, ਕਿਹਦੇ ਨਾਮ ਮੈਂ ਗਿਣਾਵਾਂਗਾ। ਉਹਨਾਂ ਲੋਕਾਂ ਨੇ ਇੰਨੇ ਲੰਮੇ ਸਮੇਂ ਤੱਕ ਜਿਸ ਤਰ੍ਹਾਂ ਨਾਲ ਸੇਵਾ ਪਰਮੋ ਧਰਮਾ ਇਸ ਮੰਤਰ ਨੂੰ ਜੀ ਕੇ ਵਿਖਾਇਆ, ਪੂਰੇ ਸਮਰਪਣ ਨਾਲ ਮਾਂ ਭਾਰਤੀ ਦੇ ਲਾਲਾਂ ਦੀ ਸੇਵਾ ਕੀਤੀ ਹੈ। ਇਹੋ ਜਿਹੇ ਸਾਰੇ ਕੋਰੋਨਾ ਵਾਰੀਅਰਸ ਨੂੰ ਵੀ ਮੈਂ ਅੱਜ ਨਮਨ ਕਰਦਾ। ਇਸ ਕੋਰੋਨਾ ਦੇ ਕਾਲ ਖੰਡ ਵਿੱਚ ਅਨੇਕਾਂ ਸਾਡੇ ਭੈਣ ਭਰਾ ਇਸ ਕੋਰੋਨਾ ਦੇ ਸੰਕਟ 'ਚ ਪ੍ਰਭਾਵਿਤ ਹੋਏ ਨੇ। ਕਈ ਪਰਿਵਾਰ ਪ੍ਰਭਾਵਿਤ ਹੋਏ ਨੇ, ਕਈਆਂ ਨੇ ਆਪਣੀ ਜਾਨ ਵੀ ਗਵਾਈ ਹੈ। ਮੈਂ ਇਹੋ ਜਿਹੇ ਸਾਰੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਪ੍ਰਗਟ ਕਰਦਾ ਅਤੇ ਇਸ ਕੋਰੋਨਾ ਦੇ ਖਿਲਾਫ ਮੈਨੂੰ ਵਿਸ਼ਵਾਸ ਹੈ 130 ਕਰੋੜ ਦੇਸ਼ ਵਾਸੀਆਂ ਦੀ ਮਜ਼ਬੂਤ ਇੱਛਾ ਸ਼ਕਤੀ, ਸੰਕਲਪ ਸ਼ਕਤੀ ਸਾਨੂੰ ਉਸ 'ਚ ਵੀ ਜਿੱਤ ਦਿਵਾਏਗੀ ਅਤੇ ਅਸੀਂ ਜੇਤੂ ਹੋ ਕੇ ਰਹਾਂਗੇ। ਮੈਨੂੰ ਵਿਸ਼ਵਾਸ ਹੈ ਕਿ ਬੀਤੇ ਦਿਨੀਂ ਵੀ ਅਸੀਂ ਇੱਕ ਤਰ੍ਹਾਂ ਨਾਲ ਕਈ ਸੰਕਟਾਂ 'ਚੋਂ ਗੁਜ਼ਰ ਰਹੇ ਹਾਂ। ਹੜ੍ਹਾਂ ਦੀ ਮਾਰ, ਖਾਸ ਤੌਰ 'ਤੇ ਨਾਰਥ ਈਸਟ, ਪੂਰਬੀ ਭਾਰਤ, ਦੱਖਣੀ ਭਾਰਤ, ਪੱਛਮੀ ਭਾਰਤ ਦੇ ਕੁਝ ਇਲਾਕੇ, ਕਿਤੇ ਲੈਂਡਸਲਾਈਡ, ਕਈ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਹੈ। ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਮੈਂ ਉਹਨਾਂ ਪਰਿਵਾਰਾਂ ਪ੍ਰਤੀ ਵੀ ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ ਅਤੇ ਰਾਜ ਸਰਕਾਰਾਂ ਨਾਲ ਮੋਢਾ ਜੋੜ ਕੇ ਐਸੀ ਮੁਸ਼ਕਿਲ ਘੜੀ 'ਚ ਹਮੇਸ਼ਾ ਦੇਸ਼ ਇੱਕ ਬਣ ਕੇ, ਚਾਹੇ ਕੇਂਦਰ ਸਰਕਾਰ ਹੋਏ ਜਾਂ ਰਾਜ ਸਰਕਾਰ ਹੋਏ, ਅਸੀਂ ਮਿਲ ਕੇ ਤਤਕਾਲ ਜਿੰਨੀ ਵੀ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਸਫਲਤਾਪੂਰਵਕ ਕਰ ਰਹੇ ਹਾਂ। ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦਾ ਪਰਵ ਸਾਡੇ ਲਈ ਇਹ ਸੁਤੰਤਰਤਾ ਦਾ ਪਰਵ, ਆਜ਼ਾਦੀ ਦੇ ਵੀਰਾਂ ਨੂੰ ਯਾਦ ਕਰਕੇ ਨਵੇਂ ਸੰਕਲਪਾਂ ਦੀ ਊਰਜਾ ਦਾ ਇੱਕ ਮੌਕਾ ਹੁੰਦਾ ਹੈ। ਇੱਕ ਤਰ੍ਹਾਂ ਨਾਲ ਸਾਡੇ ਲਈ ਇਹ ਨਵੀਂ ਪ੍ਰੇਰਣਾ ਲੈ ਕੇ ਆਉਂਦਾ ਹੈ, ਨਵੀਂ ਉਮੰਗ, ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ ਅਤੇ ਇਸ ਵਾਰ ਤਾਂ ਸਾਡੇ ਲਈ ਸੰਕਲਪ ਕਰਨਾ ਜ਼ਰੂਰੀ ਵੀ ਹੈ ਅਤੇ ਬੜਾ ਸ਼ੁਭ ਮੌਕਾ ਵੀ ਹੈ, ਕਿਉਂਕਿ ਅਗਲਾ ਜਦੋਂ ਅਸੀਂ ਆਜ਼ਾਦੀ ਦਾ ਪਰਵ ਮਨਾਵਾਂਗੇ ਤਦ ਅਸੀਂ 75ਵੇਂ ਸਾਲ ਵਿੱਚ ਦਾਖਲ ਹੋਵਾਂਗੇ। ਇਹ ਆਪਣੇ ਆਪ 'ਚ ਬਹੁਤ ਵੱਡਾ ਮੌਕਾ ਹੈ ਅਤੇ ਇਸ ਲਈ ਅੱਜ ਆਉਣ ਵਾਲੇ 2 ਸਾਲਾਂ ਲਈ ਬਹੁਤ ਵੱਡੇ ਸੰਕਲਪ ਲੈ ਕੇ ਅਸੀਂ ਚੱਲਣਾ ਹੈ। 130 ਕਰੋੜ ਦੇਸ਼ ਵਾਸੀਆਂ ਨੇ ਚੱਲਣਾ ਹੈ। ਆਜ਼ਾਦੀ ਦੇ 75ਵੇਂ ਵਰ੍ਹੇ 'ਚ ਜਦ ਅਸੀਂ ਦਾਖਲ ਹੋਵਾਂਗੇ ਅਤੇ ਆਜ਼ਾਦੀ ਦੇ 75 ਸਾਲ ਜਦੋਂ ਪੂਰੇ ਹੋਣਗੇ,
ਅਸੀਂ ਆਪਣੇ ਸੰਕਲਪਾਂ ਦੀ ਪੂਰਤੀ ਦੇ ਮਹਾਪਰਵ ਦੇ ਰੂਪ 'ਚ ਮਨਾਵਾਂਗੇ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਪੂਰਵਜਾਂ ਨੇ ਅਖੰਡ ਇੱਕ ਨਿਸ਼ਠ ਤਪ ਕਰਕੇ ਤਿਆਗ ਤੇ ਬਲੀਦਾਨ ਦੀਆਂ ਉੱਚ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਜਿਸ ਤਰ੍ਹਾਂ ਆਜ਼ਾਦੀ ਦਿਵਾਈ ਹੈ, ਉਹਨਾਂ ਨੇ ਆਪਣੇ ਆਪ ਨੂੰ ਨਿਛਾਵਰ ਕਰ ਦਿੱਤਾ। ਲੇਕਿਨ ਅਸੀਂ ਇਹ ਗੱਲ ਨਾ ਭੁੱਲੀਏ ਕਿ ਗੁਲਾਮੀ ਦੇ ਲੰਬੇ ਕਾਲਖੰਡ 'ਚ ਕੋਈ ਵੀ ਪਲ ਅਜਿਹਾ ਨਹੀਂ ਸੀ, ਕੋਈ ਵੀ ਖੇਤਰ ਅਜਿਹਾ ਨਹੀਂ ਸੀ ਕਿ ਜਦ ਆਜ਼ਾਦੀ ਦੀ ਲਲਕ ਉੱਠੀ ਨਾ ਹੋਵੇ। ਆਜ਼ਾਦੀ ਦੀ ਇੱਛਾ ਨੂੰ ਲੈ ਕੇ ਕਿਸੇ ਨਾ ਕਿਸੇ ਨੇ ਕੋਸ਼ਿਸ਼ ਨਾ ਕੀਤੀ ਹੋਵੇ, ਜੰਗ ਨਾ ਕੀਤੀ ਹੋਵੇ, ਤਿਆਗ ਨਾ ਕੀਤਾ ਹੋਵੇ ਅਤੇ ਇੱਕ ਤਰ੍ਹਾਂ ਨਾਲ ਜਵਾਨੀ ਜੇਲ੍ਹਾਂ 'ਚ ਖਪਾ ਦਿੱਤੀ। ਜੀਵਨ ਦੇ ਸਾਰੇ ਸੁਪਨਿਆਂ ਦੀ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਆਹੂਤੀ ਦੇ ਦਿੱਤੀ। ਇਹੋ ਜਿਹੇ ਵੀਰਾਂ ਨੂੰ ਨਮਨ ਕਰਦੇ ਹੋਏ ਅਤੇ ਫਿਰ ਇੱਕ ਪਾਸੇ ਹਥਿਆਰਬੰਦ ਕ੍ਰਾਂਤੀ ਦਾ ਦੌਰ, ਦੂਜੇ ਪਾਸੇ ਜਨ ਅੰਦੋਲਨ ਦਾ ਦੌਰ। ਮਾਨਯੋਗ ਬਾਪੂ ਦੀ ਅਗਵਾਈ ਹੇਠ ਰਾਸ਼ਟਰ ਜਾਗਰਣ ਦੇ ਨਾਲ ਜਨ ਅੰਦੋਲਨ ਦੀ ਇੱਕ ਧਾਰਾ ਨੇ ਆਜ਼ਾਦੀ ਦੇ ਅੰਦੋਲਨ ਨੂੰ ਇੱਕ ਨਵੀਂ ਊਰਜਾ ਦਿੱਤੀ ਅਤੇ ਅੱਜ ਅਸੀਂ ਆਜ਼ਾਦੀ ਦੇ ਇਸ ਪਰਵ ਨੂੰ ਮਨਾ ਰਹੇ ਹਾਂ। ਇਸ ਆਜ਼ਾਦੀ ਦੀ ਲੜਾਈ 'ਚ ਭਾਰਤ ਦੀ ਆਤਮਾ ਨੂੰ ਕੁਚਲਣ ਦੀ ਵੀ ਲਗਾਤਾਰ ਕੋਸ਼ਿਸ਼ ਹੋਈ, ਅਣਗਿਣਤ ਕੋਸ਼ਿਸ਼ਾਂ ਹੋਈਆਂ। ਭਾਰਤ ਨੂੰ ਆਪਣੀ ਸੰਸਕ੍ਰਿਤੀ, ਰਵਾਇਤਾਂ, ਰੀਤੀ ਰਿਵਾਜ, ਇਹਨਾਂ ਸਭ ਤੋਂ ਉਖਾੜ ਸੁੱਟਣ ਲਈ ਕੀ ਕੁਝ ਨਹੀਂ ਹੋਇਆ। ਉਹ ਕਾਲਖੰਡ ਸੀ, ਸੈਂਕੜਿਆਂ ਸਾਲਾਂ ਦਾ ਕਾਲਖੰਡ ਸੀ। ਸਾਮ, ਦਾਮ, ਦੰਡ, ਭੇਦ ਸਭ ਕੁਝ ਆਪਣੇ ਚਰਮ 'ਤੇ ਸੀ ਅਤੇ ਕੁਝ ਲੋਕ ਇਹ ਮੰਨ ਕੇ ਚੱਲਦੇ ਸੀ ਕਿ ਅਸੀਂ ਤਾਂ ਇੱਥੇ ਰਾਜ ਕਰਨ ਲਈ ਆਏ ਹਾਂ। ਪਰ ਆਜ਼ਾਦੀ ਦੀ ਲਲਕ ਨੇ ਉਹਨਾਂ ਦੇ ਸਾਰੇ ਮਨਸੂਬਿਆਂ ਨੂੰ ਮਿੱਟੀ 'ਚ ਮਿਲਾ ਦਿੱਤਾ। ਉਹਨਾਂ ਦੀ ਸੋਚ ਸੀ ਕਿ ਇੰਨਾ ਵੱਡਾ ਵਿਸ਼ਾਲ ਦੇਸ਼, ਅਨੇਕਾਂ ਰਾਜੇ ਰਜਵਾੜੇ, ਭਾਂਤ-ਭਾਂਤ ਦੀਆਂ ਬੋਲੀਆਂ, ਪਹਿਰਾਵੇ, ਖਾਣ ਪਾਣ, ਕਈ ਭਾਸ਼ਾਵਾਂ, ਇੰਨੀਆਂ ਵਿਵਿਧਤਾਵਾਂ ਦੇ ਕਾਰਨ ਬਿਖਰਿਆ ਹੋਇਆ ਦੇਸ਼ ਇੱਕ ਹੋ ਕੇ ਆਜ਼ਾਦੀ ਦੀ ਜੰਗ ਲੜ ਨਹੀਂ ਸਕਦਾ। ਲੇਕਿਨ ਇਸ ਦੇਸ਼ ਦੀ ਪ੍ਰਾਣ ਸ਼ਕਤੀ ਉਹ ਪਛਾਣ ਨਹੀਂ ਪਾਏ। ਅੰਦਰ ਅਦਭੁਤ ਪ੍ਰਾਣ ਸ਼ਕਤੀ ਹੈ, ਏਕਤਾ ਦਾ ਉਹ ਸੂਤਰ ਜਿਸ ਨੇ ਸਾਨੂੰ ਬੰਨ੍ਹ ਕੇ ਰੱਖਿਆ ਹੈ। ਉਸ ਨੇ ਆਜ਼ਾਦੀ ਦੇ ਉਸ ਪਰਵ 'ਚ ਪੂਰੇ ਜ਼ੋਰ ਨਾਲ ਜਦੋਂ ਮੈਦਾਨ 'ਚ ਆਇਆ ਤਾਂ ਦੇਸ਼ ਆਜ਼ਾਦੀ ਦੀ ਲੜਾਈ 'ਚ ਜੇਤੂ ਹੋਇਆ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹ ਕਾਲਖੰਡ ਸੀ, ਵਿਸਥਾਰਵਾਦ ਦੀ ਸੋਚ ਵਾਲਿਆਂ ਨੇ ਦੁਨੀਆ ਵਿੱਚ ਜਿੱਥੇ ਵੀ ਫੈਲ ਸਕਣ ਫੈਲਣ ਦੀ ਕੋਸ਼ਿਸ਼ ਕੀਤੀ, ਆਪਣੇ ਝੰਡੇ ਗੱਡਣ ਦੀ ਕੋਸ਼ਿਸ਼ ਕੀਤੀ। ਪਰ ਭਾਰਤ ਦੀ ਆਜ਼ਾਦੀ ਦਾ ਅੰਦੋਲਨ ਦੁਨੀਆ ਦੇ ਅੰਦਰ ਵੀ ਇੱਕ ਪ੍ਰੇਰਣਾ ਦਾ ਪੁੰਜ ਬਣ ਗਿਆ, ਦਿਵਯ ਸਤੰਭ ਬਣ ਗਿਆ ਅਤੇ ਦੁਨੀਆ 'ਚ ਵੀ ਆਜ਼ਾਦੀ ਦੀ ਲਲਕ ਜਾਗੀ। ਅਤੇ ਜੋ ਲੋਕ ਵਿਸਤਾਰਵਾਦ ਦੀ ਅੰਨੀ ਦੌੜ 'ਚ ਲੱਗੇ ਹੋਏ ਸੀ, ਆਪਣੇ ਝੰਡੇ ਗੱਡਣ 'ਚ ਲੱਗੇ ਹੋਏ ਸੀ, ਉਹਨਾਂ ਨੇ ਆਪਣੇ ਇਹਨਾਂ ਮਨਸੂਬਿਆਂ ਨੂੰ, ਵਿਸਤਾਰਵਾਦ ਦੇ ਮਨਸੂਬਿਆਂ ਨੂੰ ਪਾਰ ਕਰਨ ਲਈ ਦੁਨੀਆ ਨੂੰ ਦੋ ਵਿਸ਼ਵ ਮਹਾਯੁੱਧਾਂ 'ਚ ਝੋਕ ਦਿੱਤਾ, ਮਾਨਵਤਾ ਨੂੰ ਤਹਿਸ ਨਹਿਸ ਕਰ ਦਿੱਤਾ, ਦੁਨੀਆ ਨੂੰ ਤਬਾਹ ਕਰ ਦਿੱਤਾ। ਲੇਕਿਨ ਅਜਿਹੇ ਕਾਲਖੰਡ 'ਚ ਵੀ, ਯੁੱਧ ਦੀ ਭਿਆਨਕਤਾ ਦੇ ਵਿੱਚ ਵੀ ਭਾਰਤ ਨੇ ਆਪਣੀ ਆਜ਼ਾਦੀ ਦੀ ਲਲਕ ਨੂੰ ਨਹੀਂ ਛੱਡਿਆ, ਨਾ ਕਮੀ ਆਉਣ ਦਿੱਤੀ, ਨਾ ਨਵੀਂ ਆਉਣ ਦਿੱਤੀ। ਦੇਸ਼ ਬਲੀਦਾਨ ਕਰਨ ਦੀ ਲੋੜ ਪਈ, ਬਲੀਦਾਨ ਦਿੰਦਾ ਰਿਹਾ। ਕਸ਼ਟ ਝੱਲਣ ਦੀ ਲੋੜ ਪਈ, ਕਸ਼ਟ ਝੱਲਦਾ ਰਿਹਾ। ਜਨ ਅੰਦੋਲਨ ਖੜ੍ਹਾ ਕਰਨ ਦੀ ਲੋੜ ਪਈ, ਜਨ ਅੰਦੋਲਨ ਖੜ੍ਹਾ ਕਰਦਾ ਰਿਹਾ। ਅਤੇ ਭਾਰਤ ਦੀ ਇਸ ਲੜਾਈ ਨੇ ਦੁਨੀਆ 'ਚ ਆਜ਼ਾਦੀ ਲਈ ਇੱਕ ਮਾਹੌਲ ਬਣਾ ਦਿੱਤਾ ਅਤੇ ਭਾਰਤ ਦੀ ਇਸ ਸ਼ਕਤੀ ਨਾਲ ਦੁਨੀਆ 'ਚ ਇੱਕ ਬਦਲਾਵ ਆਇਆ। ਵਿਸਤਾਰਵਾਦ ਲਈ ਇੱਕ ਚੁਣੌਤੀ ਬਣ ਗਿਆ ਭਾਰਤ। ਇਤਿਹਾਸ ਇਸ ਗੱਲ ਨੂੰ ਕਦੇ ਨਕਾਰ ਨਹੀਂ ਸਕਦਾ। ਮੇਰੇ ਪਿਆਰੇ ਦੇਸ਼ਵਾਸੀਓ, ਆਜ਼ਾਦੀ ਦੀ ਲੜਾਈ 'ਚ ਪੂਰੀ ਦੁਨੀਆ 'ਚ ਭਾਰਤ ਨੇ ਆਪਣੀ ਇਕਜੁੱਟਤਾ ਦੀ ਤਾਕਤ, ਆਪਣੀ ਸਮੂਹਿਕਤਾ ਦੀ ਤਾਕਤ, ਆਪਣੇ ਰੌਸ਼ਨ ਭਵਿੱਖ ਪ੍ਰਤੀ ਆਪਣਾ ਸੰਕਲਪ, ਸਮਰਪਣ ਅਤੇ ਪ੍ਰੇਰਣਾ, ਉਸ ਊਰਜਾ ਨੂੰ ਲੈ ਕੇ ਦੇਸ਼ ਅੱਗੇ ਵੱਧਦਾ ਚਲਿਆ ਗਿਆ।
मेरे प्यारे देशवासियों, कोरोना वैश्विक महामारी के दौरान 130 करोड़ भारतवासियों ने संकल्प लिया। संकल्प आत्मनिर्भर बनने का, ते आत्मनिर्भर भारत अज हर हिंदुस्तानी दे दिलो दिमाग ते छाया होया है। आत्मनिर्भर भारत ये सुपना संकल्प च बदलिया वेख रहे ने। आत्मनिर्भर भारत ये एक तरह का शब्द नहीं, ये अज 130 करोड़ देशवासियों लई मंत्र बन गया है। असी जानते हाँ, जद मैं आत्मनिर्भर की गल करदा, साडे चों जो भी 25-30 साल तो उपर दे होणगे, उन्हां सब नूं अपने परिवार च अपने माता पिता या अपने बजुर्गों तो सुनिया होएगा कि भाई बेटे बेटी तुसीं 21 साल दे हो गए हो, हुण अपने पैरां ते खड़े हो जाओ। 20-21 साल च परिवार संतान तो अपने पैरां ते खड़े होण दी उम्मीद करदा है। असीं तां आज़ादी दे 75 साल तो एक कदम दूर हाँ, तद साडे लई भी भारत वर्गे देश का अपने पैरां ते खड़ा होना जरूरी है। आत्मनिर्भर बनना जरूरी है। जो परिवार लई जरूरी है, वो देश लई भी जरूरी है। ते इस लई मैनूं विश्वास है कि भारत इस सुपने नूं पूरा करके रहेगा। ते उस दा कारण मेरे देश के नागरिकों की समर्था उत्ते मैनूं यकीन है। मैनूं मेरे देश की प्रतिभा उत्ते माण है। मैनूं इस देश के नौजवानां च, इस देश की मातृ शक्ति च, साडियां महिलावां च भरपूर समर्था जो है, उस उत्ते मेरा भरोसा है। मेरे हिंदुस्तान की सोच, हिंदुस्तान की अप्रोच, इस उत्ते विश्वास है। ते इतिहास गवाह है कि भारत एक बार जो ठान लैंदा तां भारत करके रहिंदा। ते इस करके जदों असीं आत्मनिर्भरता की गल करते हैं तां दुनिया नूं उत्सुकता भी है ते भारत तो उम्मीद भी है। ते इसलिए सानूं उस उम्मीद नूं पूरा करन लई अपने आप नूं योग बनाउणा बहुत जरूरी है। सानूं अपने आप नूं तैयार करना बहुत जरूरी है। भारत दे चिंतन विच, भारत वर्गे विशाल देश, भारत नौजवान शक्ति नाल भरिया होया देश, आत्मनिर्भर भारत की पहली शर्त हुंदी है आत्म विश्वास नाल भरिया होया भारत। उसकी यही नींह हुंदी है ते यही विकास नूं नवीं नवीं ऊर्जा देण दी समर्था रखदी है। भारत विश्व परिवार दे संस्कारां नाल पलिया है। जो वेद कहंदे ने वसुधैव कुटुंबकम, तां विनोबा जी कहंदे सी जय जगत। ते इस लई साडे लई विश्व एक परिवार है। ते इस लई आर्थिक विकास भी होवे, लेकिन नाल नाल मानव ते मानवता का भी केंद्री स्थान होना चाहिए। इसकी महत्ता होनी चाहिए है। उसे नूं लैके असी चलते हाँ। अज दुनिया इंटरकनैक्टेड है, अज दुनिया इंटरडिपेंडेंट है। सो इसलिए समय की मंग है कि विश्व अर्थव्यवस्था विच भारत वर्गे विशाल देश का योगदान वधना चाहिए है। विश्व कल्याण लई भी ये भारत का फर्ज है। ते भारत ने अपना योगदान वधाउणा तां भारत नूं खुद नूं मजबूत होना पएगा। भारत नूं आत्मनिर्भर होना होएगा। सानूं जन कल्याण दे लई भी अपने आप नूं समर्थावान बनाउणा ही पएगा। ते जद साडियां जड़ां मजबूत होणगियां, साडी अपनी समर्था होएगी, तां असी दुनिया का कल्याण करन वाली दिशा च कदम चुक सकते हैं। साडे देश च अथाह कुदरती संपदा है, की कुछ नहीं है। अज समय की मंग है कि साडे इन्हां कुदरती सोमिਆਂ की असी इवैल्यूएशन करिए, असी अपनी मानव संपदा च मुल वाधा करिए, इस नूं उचाइयां ते लै जाइए। ते देश चों कद तक कच्चा माल विदेश भेजते रहांगे, रॉ मटीरीयल कद तक दुनिया च भेजते रहांगे। तुसीं वेखो तां रॉ मटीरीयल दुनिया च भेजना ते फिनिश्ड गुड्स दुनिया तो वापस लैके आउणा। ये खेड कद तक चलेगी?
ਸੋ ਇਸ ਲਈ ਸਾਨੂੰ ਆਤਮ ਨਿਰਭਰ ਬਣਨਾ ਹੋਏਗਾ। ਸਾਡੀ ਹਰ ਸ਼ਕਤੀ ਉੱਤੇ ਵੈਸ਼ਵਿਕ ਜ਼ਰੂਰਤਾਂ ਦੇ ਅਨੁਸਾਰ ਮੁੱਲ ਵਾਧਾ ਕਰਨਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਵੈਲਿਊ ਐਡੀਸ਼ਨ ਕਰਨ ਦੀ ਦਿਸ਼ਾ 'ਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਅਸੀਂ ਵਿਸ਼ਵ 'ਚ ਯੋਗਦਾਨ ਪਾਉਣ ਲਈ ਅੱਗੇ ਵਧਣਾ ਚਾਹੁੰਦੇ ਹਾਂ। ਵਿਸ਼ਵ 'ਚ ਅਸੀਂ ਕੁਝ ਨਾ ਕੁਝ ਉਸੇ ਤਰ੍ਹਾਂ ਪਰੀਖਣ। ਇੱਕ ਸਮਾਂ ਸੀ ਜਦੋਂ ਅਸੀਂ ਬਾਹਰੋਂ ਕਣਕ ਮੰਗਵਾ ਕੇ ਆਪਣਾ ਪੇਟ ਭਰਦੇ ਸੀ, ਲੇਕਿਨ ਸਾਡੇ ਦੇਸ਼ ਦੇ ਕਿਸਾਨਾਂ ਨੇ ਉਹ ਕਮਾਲ ਕਰਕੇ ਵਿਖਾ ਦਿੱਤਾ। ਭਾਰਤ ਅੱਜ ਆਤਮ ਨਿਰਭਰ ਬਣਿਆ ਖੇਤੀ ਖੇਤਰ 'ਚ। ਅੱਜ ਭਾਰਤ ਦੇ ਕਿਸਾਨ ਭਾਰਤ ਦੇ ਨਾਗਰਿਕਾਂ ਦੇ ਪੇਟ ਭਰਦੇ ਨੇ। ਸਿਰਫ ਇੰਨਾ ਹੀ ਨਹੀਂ ਹੈ, ਅੱਜ ਭਾਰਤ ਉਸ ਸਥਿਤੀ ਵਿੱਚ ਹੈ ਕਿ ਦੁਨੀਆ 'ਚ ਜਿਸ ਦੀ ਜ਼ਰੂਰਤ ਹੈ ਉਸ ਨੂੰ ਵੀ ਅਸੀਂ ਅੰਨ ਦੇ ਸਕਦੇ ਹਾਂ। ਇਹ ਸਾਡੀ ਸ਼ਕਤੀ ਹੈ। ਆਤਮ ਨਿਰਭਰਤਾ ਇਹ ਤਾਕਤ ਹੈ। ਤਾਂ ਸਾਡੇ ਖੇਤੀ ਖੇਤਰ 'ਚ ਵੀ ਮੁੱਲ ਵਾਧਾ ਜ਼ਰੂਰੀ ਹੈ। ਵੈਸ਼ਵਿਕ ਅੰਨ ਜ਼ਰੂਰਤ ਦੇ ਅਨੁਸਾਰ ਸਾਡੇ ਖੇਤੀ ਖੇਤਰ ਵਿੱਚ ਬਦਲਾਵ ਦੀ ਜ਼ਰੂਰਤ ਹੈ। ਵਿਸ਼ਵ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਨੂੰ ਆਪਣੇ ਖੇਤੀ ਖੇਤਰ ਨੂੰ ਵੀ ਅੱਗੇ ਵਧਾਉਣ ਦੀ ਜ਼ਰੂਰਤ ਹੈ। ਅੱਜ ਦੇਸ਼ ਕਈ ਨਵੇਂ ਕਦਮ ਚੁੱਕ ਰਿਹਾ ਹੈ ਅਤੇ ਇਸ ਲਈ ਹੁਣ ਤੁਸੀਂ ਵੇਖੋ, ਸਪੇਸ ਸੈਕਟਰ ਅਸੀਂ ਖੋਲ੍ਹ ਦਿੱਤਾ। ਦੇਸ਼ ਦੇ ਨੌਜਵਾਨਾਂ ਨੂੰ ਮੌਕਾ ਮਿਲਿਆ ਹੈ। ਅਸੀਂ ਖੇਤੀ ਖੇਤਰ ਨੂੰ ਕਾਨੂੰਨਾਂ ਤੋਂ ਮੁਕਤ ਕਰ ਦਿੱਤਾ, ਬੰਧਨਾਂ ਤੋਂ ਮੁਕਤ ਕਰ ਦਿੱਤਾ। ਅਸੀਂ ਆਤਮ ਨਿਰਭਰ ਬਣਾਉਣ ਦਾ ਯਤਨ ਕੀਤਾ ਹੋਇਆ। ਜਦ ਭਾਰਤ ਸਪੇਸ ਸੈਕਟਰ 'ਚ ਤਾਕਤਵਰ ਬਣਦਾ ਤਾਂ ਗੁਆਂਢੀਆਂ ਨੂੰ ਜ਼ਰੂਰ ਉਸ ਦਾ ਲਾਭ ਹੁੰਦਾ। ਜਦੋਂ ਤੁਸੀਂ ਊਰਜਾ ਦੇ ਖੇਤਰ 'ਚ ਪਾਵਰਫੁਲ ਹੁੰਦੇ ਹੋ ਤਾਂ ਜੋ ਦੇਸ਼ ਆਪਣਾ ਹਨੇਰਾ ਮਿਟਾਉਣਾ ਚਾਹੁੰਦਾ ਤਾਂ ਭਾਰਤ ਉਸ 'ਚ ਮਦਦ ਕਰ ਸਕਦਾ। ਦੇਸ਼ ਦਾ ਜਦੋਂ ਹੈਲਥ ਸੈਕਟਰ ਦਾ ਇਨਫਰਾਸਟ੍ਰਕਚਰ ਆਤਮ ਨਿਰਭਰ ਹੋ ਜਾਂਦਾ ਤਾਂ ਵਿਸ਼ਵ ਦੇ ਕਈ ਦੇਸ਼ਾਂ ਨੂੰ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ 'ਚ ਹੈਲਥ ਟੂਰਿਜ਼ਮ ਡੈਸਟੀਨੇਸ਼ਨ ਦੇ ਰੂਪ 'ਚ ਭਾਰਤ ਉਹਨਾਂ ਦਾ ਪਸੰਦੀਦਾ ਬਣ ਸਕਦਾ। ਸੋ ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਭਾਰਤ 'ਚ ਬਣੇ ਸਮਾਨ ਦੀ ਪੂਰੀ ਦੁਨੀਆ 'ਚ ਵਾਹਵਾਹੀ ਕਿਵੇਂ ਹੋਵੇ। ਇੱਕ ਜ਼ਮਾਨਾ ਸੀ ਸਾਡੇ ਦੇਸ਼ ਵਿੱਚ ਜੋ ਚੀਜ਼ਾਂ ਬਣਦੀਆਂ ਸੀ, ਸਾਡੇ ਸਟੀਲਮੈਨ ਪਾਵਰ ਵੱਲੋਂ ਜੋ ਕੰਮ ਹੁੰਦਾ ਸੀ, ਉਸ ਦੀ ਦੁਨੀਆ 'ਚ ਬਹੁਤ ਵਾਹਵਾਹੀ ਹੁੰਦੀ ਸੀ। ਇਤਿਹਾਸ ਗਵਾਹ ਹੈ। ਅਸੀਂ ਜਦੋਂ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਤਾਂ ਸਿਰਫ ਇੰਪੋਰਟ ਘੱਟ ਕਰਨਾ ਇੰਨੀ ਹੀ ਸਾਡੀ ਸੋਚ ਨਹੀਂ ਹੈ। ਜਦ ਆਤਮ ਨਿਰਭਰ ਦੀ ਗੱਲ ਕਰਦੇ ਹਾਂ ਤਦ ਸਾਡੀ ਜਿਹੜੀ ਕੁਸ਼ਲਤਾ ਹੈ, ਸਾਡੀ ਜੋ ਹਿਊਮਨ ਰਿਸੋਰਸਿਸ ਦੀ ਸਮਰੱਥਾ ਹੈ, ਜਦ ਚੀਜ਼ਾਂ ਬਾਹਰੋਂ ਆਉਣ ਲੱਗਦੀਆਂ ਨੇ ਤਾਂ ਉਸ ਦੀ ਸਮਰੱਥਾ ਖਤਮ ਹੁੰਦੀ ਜਾਂਦੀ ਹੈ। ਪੀੜ੍ਹੀ ਦਰ ਪੀੜ੍ਹੀ ਨਾਸ ਹੋ ਜਾਂਦਾ ਹੈ। ਅਸੀਂ ਆਪਣੀ ਉਸ ਸਮਰੱਥਾ ਨੂੰ ਬਚਾਉਣਾ ਵੀ ਹੈ, ਵਧਾਉਣਾ ਵੀ ਹੈ, ਕੁਸ਼ਲਤਾ ਵਧਾਉਣੀ ਹੈ, ਕ੍ਰੀਏਟਿਵਿਟੀ ਨੂੰ ਵਧਾਉਣਾ ਅਤੇ ਉਸ ਨੂੰ ਲੈ ਕੇ ਅਸੀਂ ਅੱਗੇ ਵਧਣਾ। ਅਸੀਂ ਸਟੀਲ ਡਿਵੈਲਪਮੈਂਟ ਦੀ ਦਿਸ਼ਾ ਵੱਲ ਜ਼ੋਰ ਦੇਣਾ। ਆਪਣੇ ਆਤਮ ਨਿਰਭਰ ਭਾਰਤ ਲਈ ਆਪਣੀ ਸਮਰੱਥਾ ਨੂੰ ਵਧਾਉਣ ਲਈ। ਮੇਰੇ ਪਿਆਰੇ ਦੇਸ਼ ਵਾਸੀਓ, ਮੈਂ ਜਾਣਦਾ ਜਦ ਮੈਂ ਆਤਮ ਨਿਰਭਰ ਦੀ ਗੱਲ ਕਰਦਾ ਤਦ ਕਈ ਸ਼ੱਕ ਜ਼ਾਹਿਰ ਵੀ ਕੀਤੇ ਜਾਂਦੇ ਨੇ। ਮੈਂ ਇਸ ਗੱਲ ਨੂੰ ਮੰਨਦਾ ਕਿ ਆਤਮ ਨਿਰਭਰ ਭਾਰਤ ਲਈ ਲੱਖਾਂ ਚੁਣੌਤੀਆਂ ਨੇ ਅਤੇ ਜਦ ਵਿਸ਼ਵ ਮੁਕਾਬਲੇ ਦੀ ਦੌੜ 'ਚ ਹੋਵੇ ਤਾਂ ਚੁਣੌਤੀਆਂ ਵੱਧ ਵੀ ਜਾਂਦੀਆਂ ਨੇ। ਲੇਕਿਨ ਦੇਸ਼ ਦੇ ਸਾਹਮਣੇ ਜੋ ਲੱਖਾਂ ਚੁਣੌਤੀਆਂ ਨੇ ਤਾਂ ਦੇਸ਼ ਦੇ ਕੋਲ ਕਰੋੜਾਂ ਹੱਲ ਪ੍ਰਦਾਨ ਕਰਨ ਵਾਲੀ ਸ਼ਕਤੀ ਵੀ ਹੈ। ਮੇਰੇ ਦੇਸ਼ ਵਾਸੀ ਵੀ ਨੇ ਜੋ ਸਮਾਧਾਨ ਦੀ ਸਮਰੱਥਾ ਰੱਖਦੇ ਨੇ। ਤੁਸੀਂ ਵੇਖੋ, ਕਰੋਨਾ ਦੇ ਸੰਕਟ ਕਾਲ 'ਚ ਅਸੀਂ ਵੇਖਿਆ ਕਿ ਬਹੁਤ ਸਾਰੀਆਂ ਚੀਜ਼ਾਂ ਲਈ ਅਸੀਂ ਮੁਸ਼ਕਿਲਾਂ 'ਚ ਸੀ। ਦੁਨੀਆ ਤੋਂ ਲਿਆਉਣਾ, ਦੁਨੀਆ ਦੇ ਨਹੀਂ ਪਾ ਰਹੀ ਸੀ। ਸਾਡੇ ਦੇਸ਼ ਦੇ ਨੌਜਵਾਨਾਂ ਨੇ, ਸਾਡੇ ਦੇਸ਼ ਦੇ ਉੱਦਮੀਆਂ ਨੇ, ਸਾਡੇ ਦੇਸ਼ ਦੇ ਉਦਯੋਗ ਜਗਤ ਦੇ ਲੋਕਾਂ ਨੇ ਬੀੜਾ ਚੁੱਕ ਲਿਆ। ਜਿਸ ਦੇਸ਼ 'ਚ N95 ਨਹੀਂ ਬਣਦਾ ਸੀ, ਬਣਨ ਲੱਗਾ। PPE ਨਹੀਂ ਬਣਦੇ ਸੀ, ਬਣਨ ਲੱਗੇ। ਵੈਂਟੀਲੇਟਰਸ ਨਹੀਂ ਬਣਦੇ ਸੀ, ਬਣਨ ਲੱਗ ਪਏ। ਦੇਸ਼ ਦੀ ਜ਼ਰੂਰਤ ਦੀ ਪੂਰਤੀ ਤਾਂ ਹੋਈ, ਲੇਕਿਨ ਦੁਨੀਆ 'ਚ ਐਕਸਪੋਰਟ ਕਰਨ ਦੀ ਸਾਡੀ ਸਮਰੱਥਾ ਬਣ ਗਈ। ਦੁਨੀਆ ਨੂੰ ਜ਼ਰੂਰਤ ਸੀ
ਆਤਮ ਨਿਰਭਰ ਭਾਰਤ ਦੁਨੀਆ ਦੀ ਕਿਵੇਂ ਮਦਦ ਕਰ ਸਕਦਾ ਹੈ, ਅੱਜ ਅਸੀਂ ਇਹ ਵੇਖ ਸਕਦੇ ਹਾਂ। ਇਸ ਲਈ ਵਿਸ਼ਵ ਦੀ ਭਲਾਈ 'ਚ ਵੀ ਭਾਰਤ ਦਾ ਯੋਗਦਾਨ ਪਾਉਣ ਦਾ ਫਰਜ਼ ਬਣਦਾ ਹੈ ਅਤੇ ਇਸ ਲਈ ਵੀ ਸਾਨੂੰ ਉਸੇ ਤਰ੍ਹਾਂ ਨਾਲ ਚੱਲਣਾ ਹੋਏਗਾ। ਬਹੁਤ ਹੋ ਚੁੱਕਾ। ਆਜ਼ਾਦ ਭਾਰਤ ਦੀ ਮਾਨਸਿਕਤਾ ਕੀ ਹੋਣੀ ਚਾਹੀਦੀ ਹੈ? ਆਜ਼ਾਦ ਭਾਰਤ ਦੀ ਮਾਨਸਿਕਤਾ ਹੋਣੀ ਚਾਹੀਦੀ ਹੈ ਵੋਕਲ ਫਾਰ ਲੋਕਲ। ਸਾਡੇ ਜਿਹੜੇ ਲੋਕਲ ਉਤਪਾਦ ਨੇ, ਸਾਨੂੰ ਉਹਨਾਂ ਦੀ ਵਡਿਆਈ ਕਰਨੀ ਚਾਹੀਦੀ ਹੈ। ਜੇਕਰ ਅਸੀਂ ਆਪਣੀਆਂ ਵਸਤਾਂ ਦੀ ਵਡਿਆਈ ਨਹੀਂ ਕਰਾਂਗੇ ਤਾਂ ਉਹਨੂੰ ਚੰਗਾ ਬਣਨ ਦਾ ਮੌਕਾ ਵੀ ਨਹੀਂ ਮਿਲੇਗਾ, ਉਤਪਾਦਕ ਦੀ ਹਿੰਮਤ ਨਹੀਂ ਵਧੇਗੀ। ਆਓ ਅਸੀਂ ਮਿਲ ਕੇ ਸੰਕਲਪ ਲਈਏ। ਆਜ਼ਾਦੀ ਦੇ 75 ਸਾਲਾ ਪਰਵ ਵੱਲ ਜਦੋਂ ਅਸੀਂ ਵਧ ਰਹੇ ਹਾਂ ਤਾਂ ਵੋਕਲ ਫਾਰ ਲੋਕਲ ਦਾ ਜੀਵਨ ਮੰਤਰ ਬਣ ਜਾਏ ਅਤੇ ਅਸੀਂ ਮਿਲ ਕੇ ਭਾਰਤ ਦੀ ਉਸ ਤਾਕਤ ਨੂੰ ਉਤਸ਼ਾਹ ਦੇਈਏ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡਾ ਦੇਸ਼ ਕਿਸ ਕਿਸ ਤਰ੍ਹਾਂ ਦੇ ਕਮਾਲ ਕਰਦਾ ਹੈ, ਕਿਸ ਤਰ੍ਹਾਂ ਨਾਲ ਅੱਗੇ ਵੱਧਦਾ ਹੈ, ਇਸ ਗੱਲ ਨੂੰ ਅਸੀਂ ਭਲੀ ਭਾਂਤ ਸਮਝਦੇ ਹਾਂ। ਕੌਣ ਸੋਚ ਸਕਦਾ ਸੀ ਕਿ ਕਦੀ ਗਰੀਬਾਂ ਦੇ ਜਨਰਲ ਖਾਤਿਆਂ 'ਚ ਲੱਖਾਂ ਕਰੋੜਾਂ ਰੁਪਏ ਸਿੱਧੇ ਟਰਾਂਸਫਰ ਹੋ ਜਾਣਗੇ? ਕੌਣ ਸੋਚ ਸਕਦਾ ਸੀ ਕਿ ਕਿਸਾਨਾਂ ਦੀ ਭਲਾਈ ਲਈ APMC ਐਕਟ ਵਰਗੇ ਬਦਲਾਅ ਹੋ ਜਾਣਗੇ? ਕੌਣ ਸੋਚ ਸਕਦਾ ਸੀ ਕਿ ਸਾਡੇ ਵਪਾਰੀ ਵਰਗ 'ਤੇ ਜਿਹੜੀ ਲਟਕਦੀ ਹੋਈ ਤਲਵਾਰ ਸੀ ਐਸੈਂਸ਼ੀਅਲ ਕਮੋਡਿਟੀ ਐਕਟ, ਇੰਨੇ ਸਾਲਾਂ ਬਾਅਦ ਉਹ ਵੀ ਬਦਲ ਜਾਏਗਾ? ਕੌਣ ਸੋਚ ਸਕਦਾ ਸੀ ਕਿ ਸਾਡਾ ਸਪੇਸ ਸੈਕਟਰ ਸਾਡੇ ਨੌਜਵਾਨਾਂ ਲਈ ਖੋਲ੍ਹ ਦਿੱਤਾ ਜਾਏਗਾ? ਅੱਜ ਅਸੀਂ ਦੇਖ ਰਹੇ ਹਾਂ ਕਿ ਰਾਸ਼ਟਰੀ ਸਿੱਖਿਆ ਨੀਤੀ ਹੋਵੇ, ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਗੱਲ ਹੋਵੇ, ਵਨ ਨੇਸ਼ਨ ਵਨ ਗ੍ਰਿਡ ਦੀ ਗੱਲ ਹੋਏ, ਵਨ ਨੇਸ਼ਨ ਵਨ ਟੈਕਸ ਦੀ ਗੱਲ ਹੋਏ, ਇਨਸੋਲਵੈਂਸੀ ਅਤੇ ਬੈਂਕ ਕਰਪਸੀ ਦੀ ਗੱਲ ਹੋਏ, ਭਾਵੇਂ ਬੈਂਕਾਂ ਨੂੰ ਮਰਜਰ ਕਰਨ ਦੀ ਗੱਲ ਹੋਏ, ਦੇਸ਼ ਦੀ ਸੱਚਾਈ ਬਣ ਚੁੱਕੀ ਹੈ, ਦੇਸ਼ ਦੀ ਹਕੀਕਤ ਹੈ। ਭਾਰਤ 'ਚ ਬਦਲਾਅ ਦੇ ਇਸ ਕਾਲਖੰਡ 'ਚ ਰਿਫਾਰਮਸ ਦੇ ਨਤੀਜਿਆਂ ਨੂੰ ਦੁਨੀਆ ਦੇਖ ਰਹੀ ਹੈ। ਇੱਕ ਤੋਂ ਬਾਅਦ ਇੱਕ ਦੂਜੇ ਨਾਲ ਜੁੜੇ ਅਸੀਂ ਆਪਣੇ ਰਿਫਾਰਮਸ ਕਰ ਰਹੇ ਹਾਂ। ਉਹਨੂੰ ਦੁਨੀਆ ਬਹੁਤ ਬਾਰੀਕੀ ਨਾਲ ਦੇਖ ਰਹੀ ਹੈ ਅਤੇ ਉਸੇ ਦਾ ਉਦਾਹਰਣ ਹੈ ਕਿ ਬੀਤੇ ਸਾਲਾਂ 'ਚ ਭਾਰਤ ਨੇ FDI ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫੋਰਨ ਡਾਇਰੈਕਟ ਇਨਵੈਸਟਮੈਂਟ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ। ਬੀਤੇ ਸਾਲਾਂ 'ਚ ਭਾਰਤ ਨੇ FDI 'ਚ 18% ਦਾ ਵਾਧਾ ਕੀਤਾ ਹੈ ਅਤੇ ਇਸ ਲਈ ਕਰੋਨਾ ਕਾਲ 'ਚ ਵੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਭਾਰਤ ਵੱਲ ਮੁੜ ਰਹੀਆਂ ਨੇ। ਇਹ ਵਿਸ਼ਵਾਸ ਐਵੇਂ ਹੀ ਪੈਦਾ ਨਹੀਂ ਹੋਇਆ, ਐਵੇਂ ਹੀ ਦੁਨੀਆ ਮੋਹਿਤ ਨਹੀਂ ਹੋਈ ਹੈ। ਇਹਦੇ ਵਾਸਤੇ ਭਾਰਤ ਨੇ ਆਪਣੀਆਂ ਨੀਤੀਆਂ 'ਤੇ, ਭਾਰਤ ਨੇ ਆਪਣੇ ਲੋਕਤੰਤਰ 'ਤੇ, ਭਾਰਤ ਨੇ ਆਪਣੀ ਅਰਥ ਵਿਵਸਥਾ ਦੀ ਬੁਨਿਆਦ ਦੀ ਮਜ਼ਬੂਤੀ 'ਤੇ ਜੋ ਕੰਮ ਕੀਤੇ ਨੇ, ਉਸ ਨੇ ਇਹ ਵਿਸ਼ਵਾਸ ਜਗਾਇਆ ਹੈ। ਦੁਨੀਆ ਭਰ ਦੇ ਅਨੇਕਾਂ ਬਿਜ਼ਨਸ ਭਾਰਤ ਨੂੰ ਸਪਲਾਈ ਚੇਨ ਕੇਂਦਰ ਦੇ ਰੂਪ 'ਚ ਹੁਣ ਦੇਖ ਰਹੇ ਨੇ ਅਤੇ ਸਾਨੂੰ ਮੇਕ ਇਨ ਇੰਡੀਆ ਦੇ ਨਾਲ ਮੇਕ ਫਾਰ ਵਰਲਡ ਇਸ ਮੰਤਰ ਨੂੰ ਵੀ ਨਾਲ ਲੈ ਕੇ ਅੱਗੇ ਵਧਣਾ ਹੈ। 130 ਕਰੋੜ ਦੇਸ਼ ਵਾਸੀਆਂ ਦੀ ਸਮਰੱਥਾ ਜਦੋਂ ਇੱਕ ਵਕਤ, ਜ਼ਰਾ ਯਾਦ ਕਰੋ, ਜਦੋਂ ਪਿਛਲੇ ਕੁਝ ਦਿਨ ਅਤੇ 130 ਕਰੋੜ ਦੇਸ਼ ਵਾਸੀਆਂ ਦੀ ਤਾਕਤ 'ਤੇ ਮਾਣ ਕਰੋ। ਕਰੋਨਾ ਦੇ ਇਸ ਮਹਾਂਕਾਲ ਖੰਡ 'ਚ ਇੱਕ ਪਾਸੇ ਚੱਕਰਵਾਤ ਪੂਰਬ 'ਚ, ਪੱਛਮ 'ਚ ਵੀ ਚੱਕਰਵਾਤ, ਬਿਜਲੀ ਡਿੱਗਣ ਨਾਲ ਅਨੇਕਾਂ ਲੋਕਾਂ ਦੇ ਮੌਤ ਦੀ ਖਬਰ, ਕਈ ਥਾਵਾਂ 'ਤੇ ਬਾਰ-ਬਾਰ ਭੂਸਖਲਨ ਦੀਆਂ ਖਬਰਾਂ, ਛੋਟੇ-ਮੋਟੇ ਭੁਚਾਲ ਦੇ ਝਟਕੇ। ਇੰਨਾ ਘੱਟ ਸੀ ਤਾਂ ਸਾਡੇ ਕਿਸਾਨਾਂ ਲਈ ਟਿੱਡੀ ਦਲ ਦੀ ਬਿਪਤਾ ਆਈ। ਪਤਾ ਨਹੀਂ, ਇੱਕੋ ਵੇਲੇ ਇੱਕ ਤੋਂ ਬਾਅਦ ਇੱਕ ਮੁਸੀਬਤਾਂ ਦਾ ਭੰਡਾਰ ਲੱਗ ਗਿਆ, ਪਰ ਇਹਦੇ ਬਾਵਜੂਦ ਦੇਸ਼ ਨੇ ਜ਼ਰਾ ਵੀ ਆਪਣਾ ਵਿਸ਼ਵਾਸ ਨਹੀਂ ਗਵਾਇਆ। ਦੇਸ਼ ਆਤਮ ਵਿਸ਼ਵਾਸ ਦੇ ਨਾਲ ਅੱਗੇ ਵੱਧਦਾ ਚਲਾ ਗਿਆ। ਦੇਸ਼ ਵਾਸੀਆਂ ਦੇ ਜੀਵਨ ਨੂੰ, ਦੇਸ਼ ਦੀ ਅਰਥ ਵਿਵਸਥਾ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਜਲਦੀ ਬਾਹਰ ਕੱਢਣਾ ਅੱਜ ਸਾਡੀ ਪਹਿਲ ਹੈ। ਇਹਦੇ ਵਿੱਚ ਅਹਿਮ ਰੋਲ ਰਹੇਗਾ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਦਾ।
ਇਹਦੇ ਤੇ 110 ਲੱਖ ਕਰੋੜ ਤੋਂ ਵੀ ਵੱਧ ਖਰਚ ਕੀਤੇ ਜਾਣਗੇ। ਇਹਦੇ ਲਈ ਵੱਖਰੇ ਵੱਖਰੇ ਸੈਕਟਰਸ 'ਚ ਲਗਭਗ 7000 ਪ੍ਰੋਜੈਕਟਸ ਦੀ ਪਛਾਣ ਕਰ ਲਈ ਗਈ ਹੈ। ਇਹਦੇ ਨਾਲ ਦੇਸ਼ ਦੇ ਓਵਰਆਲ ਇਨਫਰਾਸਟ੍ਰਕਚਰ ਡਿਵੈਲਪਮੈਂਟ ਨੂੰ ਵੀ ਇੱਕ ਨਵੀਂ ਦਿਸ਼ਾ ਵੀ ਮਿਲੇਗੀ ਅਤੇ ਨਵੀਂ ਗਤੀ ਵੀ ਮਿਲੇਗੀ। ਅਤੇ ਇਸ ਲਈ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਇਹੋ ਜਿਹੀ ਸੰਕਟ ਦੀ ਘੜੀ 'ਚ ਜਿੰਨਾ ਜ਼ਿਆਦਾ ਇਨਫਰਾਸਟ੍ਰਕਚਰ ਨੂੰ ਬਲ ਦਿੱਤਾ ਜਾਏ ਵਧੀਆ ਹੈ, ਤਾਂ ਜੋ ਆਰਥਿਕ ਗਤੀਵਿਧੀਆਂ ਵੱਧਦੀਆਂ ਨੇ, ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਕੰਮ ਮਿਲਦਾ ਹੈ, ਉਹਦੇ ਨਾਲ ਜੁੜੇ ਹੋਏ ਕਈ ਹੋਰ ਕੰਮ ਚੱਲ ਜਾਂਦੇ ਨੇ, ਛੋਟੇ ਮੋਟੇ ਉਦਯੋਗ, ਕਿਸਾਨ, ਮੱਧਮ ਵਰਗ, ਅਤੇ ਹਰੇਕ ਨੂੰ ਇਹਦਾ ਬਹੁਤ ਫਾਇਦਾ ਹੁੰਦਾ ਹੈ। ਅਤੇ ਅੱਜ ਮੈਂ ਇੱਕ ਗੱਲ ਸਾਫ਼ ਕਰਨਾ ਚਾਹੁੰਦਾ, ਜਦੋਂ ਅਟਲ ਬਿਹਾਰੀ ਵਾਜਪਾਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਉਸ ਵੇਲੇ ਉਹਨਾਂ ਨੇ ਸਵਰਨਿਮ ਚਤੁਰਭੁਜ ਦੀ ਬਹੁਤ ਵੱਡੀ ਯੋਜਨਾ ਨੂੰ ਆਰੰਭਿਆ ਸੀ ਅਤੇ ਦੇਸ਼ ਦੇ ਰੇਲ ਨੈੱਟਵਰਕ ਦੇ ਇਨਫਰਾਸਟ੍ਰਕਚਰ ਨੂੰ ਨੈਕਸਟ ਜਨਰੇਸ਼ਨ ਤੱਕ ਲੈ ਗਏ ਸੀ। ਅੱਜ ਵੀ ਉਸ ਸੁਨਹਿਰੀ ਚਤੁਰਭੁਜ ਵੱਲ ਦੇਸ਼ ਬੜੇ ਮਾਣ ਨਾਲ ਦੇਖ ਰਿਹਾ ਹੈ। ਹਾਂ, ਹਿੰਦੁਸਤਾਨ ਬਦਲ ਰਿਹਾ ਹੈ, ਦੇਖ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਅਟਲ ਜੀ ਨੇ ਆਪਣੇ ਵੇਲੇ ਇੱਕ ਕੰਮ ਕੀਤਾ, ਪਰ ਹੁਣ ਸਾਨੂੰ ਉਸ ਨੂੰ ਅੱਗੇ ਲੈ ਕੇ ਜਾਣਾ ਹੈ, ਸਾਨੂੰ ਨਵੇਂ ਪਾਸੇ ਲੈ ਕੇ ਜਾਣਾ ਹੈ। ਅਤੇ ਹੁਣ ਅਸੀਂ ਸਾਈਲੌਗ 'ਚ ਨਹੀਂ ਚੱਲ ਸਕਦੇ। ਅਸੀਂ ਇਨਫਰਾਸਟ੍ਰਕਚਰ ਨੂੰ ਰੋਡ ਦਾ ਰੋਡ ਵਾਲਾ ਕੰਮ ਕਰੇਗਾ, ਰੇਲ ਦਾ ਰੇਲ ਵਾਲਾ ਕੰਮ ਕਰੇਗਾ, ਰੇਲ ਵਾਲਾ ਰੋਡ 'ਚ ਚਲਾ ਜਾਏਗਾ, ਰੋਡ ਵਾਲਾ ਰੇਲ 'ਚ ਚਲਾ ਜਾਏਗਾ। ਨਾ ਰੇਲ ਦਾ ਰੋਡ ਨਾਲ ਸੰਬੰਧ, ਨਾ ਰੋਡ ਦਾ ਰੇਲ ਨਾਲ ਸੰਬੰਧ, ਨਾ ਪੋਰਟ ਦਾ ਏਅਰਪੋਰਟ ਨਾਲ ਕੋਈ ਸੰਬੰਧ, ਨਾ ਏਅਰਪੋਰਟ ਦਾ ਪੋਰਟ ਨਾਲ ਕੋਈ ਸੰਬੰਧ, ਨਾ ਰੇਲਵੇ ਸਟੇਸ਼ਨ ਦਾ ਬੱਸ ਸਟੇਸ਼ਨ ਨਾਲ ਸੰਬੰਧ, ਨਾ ਬੱਸ ਸਟੇਸ਼ਨ ਦਾ ਰੇਲਵੇ ਸਟੇਸ਼ਨ ਨਾਲ ਸੰਬੰਧ। ਇਹੋ ਜਿਹੀ ਸਥਿਤੀ ਨਹੀਂ ਚੱਲੇਗੀ। ਹੁਣ ਸਾਨੂੰ ਸਾਰਾ ਇਨਫਰਾਸਟ੍ਰਕਚਰ ਇੱਕ ਕੰਪਰੀਹੈਂਸਿਵ ਹੋਵੇ, ਇੰਟੈਗਰੇਟਿਡ ਹੋਵੇ, ਇੱਕ ਦੂਜੇ ਦੇ ਪੂਰਕ ਹੋਣ। ਰੋਡ ਨਾਲ ਰੇਲ ਪੂਰਕ ਹੋਵੇ, ਪੋਰਟ ਨਾਲ ਸੀਪੋਰਟ ਪੂਰਕ ਹੋਵੇ, ਸੀਪੋਰਟ ਨਾਲ ਪੋਰਟ ਪੂਰਕ ਹੋਵੇ। ਇਹ ਸਾਨੂੰ ਇੱਕ ਨਵੀਂ ਸਦੀ ਲਈ ਮਲਟੀ ਮਾਡਲ ਕਨੈਕਟੀਵਿਟੀ ਇਨਫਰਾਸਟ੍ਰਕਚਰ ਚਾਹੀਦਾ ਹੈ। ਇਹਨੂੰ ਜੋੜਨ ਲਈ ਅਸੀਂ ਅੱਗੇ ਵਧ ਰਹੇ ਹਾਂ ਅਤੇ ਇਹ ਇੱਕ ਨਵੀਂ ਪਹਿਲ ਹੋਏਗੀ। ਬਹੁਤ ਵੱਡਾ ਸੁਪਨਾ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਸਾਈਲੌਗ ਨੂੰ ਖਤਮ ਕਰਕੇ ਇਸ ਨਵੀਂ ਵਿਵਸਥਾ ਨਾਲ ਅਸੀਂ ਇੱਕ ਨਵੀਂ ਤਾਕਤ ਦੇਵਾਂਗੇ। ਇਹਦੇ ਨਾਲ ਨਾਲ ਸਾਡੇ ਸਮੁੰਦਰੀ ਤੱਟ, ਜਿਨ੍ਹਾਂ ਦਾ ਵਿਸ਼ਵ ਵਪਾਰ ਵਿੱਚ ਬਹੁਤ ਮਹੱਤਵ ਹੁੰਦਾ ਹੈ, ਜਦੋਂ ਅਸੀਂ ਪੋਰਟ ਡਿਵੈਲਪਮੈਂਟ ਨੂੰ ਲੈ ਕੇ ਅੱਗੇ ਵਧੇ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਸਮੁੰਦਰੀ ਤੱਟ ਦੇ ਪੂਰੇ ਹਿੱਸੇ 'ਚ 4 ਲੇਨ ਰੋਡ ਬਣਾਉਣ ਦੀ ਦਿਸ਼ਾ 'ਚ ਇੱਕ ਨਵੀਨਤਮ ਇਨਫਰਾਸਟ੍ਰਕਚਰ ਲਈ ਅਸੀਂ ਕੰਮ ਕਰਾਂਗੇ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਸ਼ਾਸਤਰਾਂ 'ਚ ਇੱਕ ਬਹੁਤ ਵੱਡੀ ਅਤੇ ਮਹੱਤਵਪੂਰਨ ਗੱਲ ਕਹੀ ਗਈ ਹੈ। ਸਾਡੇ ਸ਼ਾਸਤਰਾਂ 'ਚ ਕਿਹਾ ਗਿਆ ਹੈ, ਸਾਮਰਥ ਮੂਲਮ ਸਵਾਤੰਤਰਮ ਸ਼੍ਰਮ ਮੂਲਮ ਚ ਵੈਭਵਮ। ਯਾਨੀ ਕਿਸੇ ਵੀ ਸਮਾਜ ਦੀ, ਕਿਸੇ ਵੀ ਰਾਜ ਦੀ ਆਜ਼ਾਦੀ ਦਾ ਸਰੋਤ ਉਹਦੀ ਸਮਰੱਥਾ ਹੁੰਦੀ ਹੈ ਅਤੇ ਉਹਦੇ ਸਨਮਾਨ, ਉੱਨਤੀ ਅਤੇ ਤਰੱਕੀ ਦਾ ਸਰੋਤ ਉਹਦੀ ਆਪਣੀ ਮਿਹਨਤ ਹੈ। ਇਸ ਲਈ ਆਮ ਨਾਗਰਿਕ, ਸ਼ਹਿਰ ਦਾ ਹੋਵੇ ਜਾਂ ਪਿੰਡ ਦਾ, ਉਹਦੀ ਮਿਹਨਤ ਦਾ ਕੋਈ ਮੁਕਾਬਲਾ ਨਹੀਂ ਹੈ। ਮਿਹਨਤ ਨਾਲ ਸਮਾਜ ਨੂੰ ਜਦੋਂ ਸੁਵਿਧਾਵਾਂ ਮਿਲਦੀਆਂ ਨੇ, ਜੀਵਨ ਦੇ ਸੰਘਰਸ਼ 'ਚ ਰੋਜ਼ ਦੀਆਂ ਮੁਸੀਬਤਾਂ 'ਚ ਘਾਟ ਹੁੰਦੀ ਹੈ, ਤਾਂ ਉਹਦੀ ਊਰਜਾ, ਉਹਦੀ ਸ਼ਕਤੀ ਖਿਲ ਉੱਠਦੀ ਹੈ, ਬੜੇ ਕਮਾਲ ਕਰ ਦਿੰਦੀ ਹੈ। ਬੀਤੇ 6 ਸਾਲਾਂ 'ਚ ਦੇਸ਼ ਦੇ ਨਾਗਰਿਕਾਂ ਦਾ ਜੀਵਨ ਬਿਹਤਰ ਬਣਾਉਣ ਲਈ ਅਨੇਕਾਂ ਕੰਮਾਂ ਦਾ ਸਿਲਸਿਲਾ ਚਲਾਇਆ ਗਿਆ ਹੈ, ਅਨੇਕਾਂ ਯੋਜਨਾਵਾਂ ਚਲਾਈਆਂ ਗਈਆਂ ਨੇ। ਤੁਸੀਂ ਦੇਖੋ, ਬੈਂਕ ਖਾਤਾ ਹੋਵੇ, ਪੱਕੇ ਘਰਾਂ ਦੀ ਗੱਲ ਹੋਵੇ, ਇੰਨੀ ਵੱਡੀ ਮਾਤਰਾ 'ਚ ਪਖਾਨੇ ਬਣਾਉਣੇ ਹੋਣ, ਹਰ ਘਰ 'ਚ ਬਿਜਲੀ ਕਨੈਕਸ਼ਨ ਪਹੁੰਚਾਉਣਾ ਹੋਵੇ, ਮਾਤਾਵਾਂ ਭੈਣਾਂ ਨੂੰ ਧੂਏ ਮੁਕਤ ਕਰਨ ਲਈ ਗੈਸ ਦਾ ਕਨੈਕਸ਼ਨ ਦੇਣਾ ਹੋਵੇ, ਗਰੀਬ ਤੋਂ ਗਰੀਬ ਨੂੰ ਬੀਮਾ ਸੁਰੱਖਿਆ ਦੇਣ ਦੀ ਕੋਸ਼ਿਸ਼ ਹੋਵੇ, 5 ਲੱਖ ਰੁਪਏ ਤੱਕ
ਚੰਗੇ ਤੋਂ ਚੰਗੇ ਹਸਪਤਾਲ ਵਿੱਚ ਮੁਫਤ ਇਲਾਜ ਕਰਵਾਉਣ ਲਈ ਆਯੁਸ਼ਮਾਨ ਭਾਰਤ ਯੋਜਨਾ ਹੋਵੇ, ਰਾਸ਼ਨ ਦੀਆਂ ਦੁਕਾਨਾਂ ਨੂੰ ਤਕਨੀਕ ਨਾਲ ਜੋੜਨ ਦੀ ਗੱਲ ਹੋਵੇ, ਹਰ ਗਰੀਬ, ਹਰ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਪੂਰੀ ਪਾਰਦਰਸ਼ਤਾ ਨਾਲ ਉਹਨੂੰ ਫਾਇਦਾ ਪਹੁੰਚਾਉਣ ਵਾਸਤੇ ਪਿਛਲੇ 6 ਸਾਲਾਂ ਤੋਂ ਕੋਸ਼ਿਸ਼ ਕੀਤੀ ਹੈ। ਕੋਰੋਨਾ ਦੇ ਸੰਕਟ 'ਚ ਵੀ ਇਹਨਾਂ ਵਿਵਸਥਾਵਾਂ ਨਾਲ ਬਹੁਤ ਮਦਦ ਮਿਲੀ ਹੈ। ਇਸ ਦੌਰਾਨ ਕਰੋੜਾਂ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਪਹੁੰਚਣਾ, ਮੁਫਤ ਗੈਸ ਸਿਲੰਡਰ ਪਹੁੰਚਣਾ, 80 ਕਰੋੜ ਦੇਸ਼ ਵਾਸੀਆਂ ਦੇ ਘਰ ਦਾ ਚੁੱਲ੍ਹਾ ਬਲੇ, 80 ਕਰੋੜ ਦੇਸ਼ ਵਾਸੀਆਂ ਨੂੰ ਮੁਫਤ 'ਚ ਅਨਾਜ ਪਹੁੰਚਾਉਣਾ, ਭਾਵੇਂ ਰਾਸ਼ਨ ਕਾਰਡ ਹੋਵੇ ਜਾਂ ਨਾ ਹੋਵੇ। 90,000 ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਬੈਂਕ ਖਾਤਿਆਂ 'ਚ ਪੈਸੇ ਟਰਾਂਸਫਰ ਹੋਣ। ਕੁਝ ਸਾਲ ਪਹਿਲਾਂ ਤਾਂ ਸੋਚ ਹੀ ਨਹੀਂ ਸਕਦੇ ਸੀ, ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ 100 ਦੇ 100 ਪੈਸੇ ਨਿਕਲਣ ਤੇ ਗਰੀਬ ਦੇ ਖਾਤੇ 'ਚ ਜਮ੍ਹਾਂ ਹੋ ਜਾਣ। ਇਹ ਪਹਿਲੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਆਪਣੇ ਹੀ ਪਿੰਡ 'ਚ ਰੁਜ਼ਗਾਰ ਲਈ ਗਰੀਬ ਕਲਿਆਣ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਗਈ। ਮਜ਼ਦੂਰ ਸਾਥੀ ਆਪਣੇ ਆਪ ਨੂੰ ਰੀਸਕਿਲ ਕਰਨ, ਅਪਸਕਿਲ ਕਰਨ, ਇਹਦੇ 'ਤੇ ਵਿਸ਼ਵਾਸ ਕਰਦੇ ਹੋਏ, ਮਿਹਨਤ 'ਤੇ ਭਰੋਸਾ ਕਰਦੇ ਹੋਏ, ਪਿੰਡਾਂ ਦੇ ਸੰਸਾਧਨਾਂ 'ਤੇ ਭਰੋਸਾ ਕਰਦੇ ਹੋਏ ਅਸੀਂ ਵੋਕਲ ਫਾਰ ਲੋਕਲ ਨੂੰ ਉਤਸ਼ਾਹ ਦਿੰਦੇ ਹੋਏ ਰੀਸਕਿਲ, ਅਪਸਕਿਲ ਦੁਆਰਾ ਅਸੀਂ ਆਪਣੇ ਦੇਸ਼ ਦੇ ਗਰੀਬਾਂ ਤੇ ਮਜ਼ਦੂਰਾਂ ਦੀ ਸ਼ਕਤੀ ਨੂੰ ਐਮਪਾਵਰ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਸ਼ਹਿਰ 'ਚ ਜੋ ਸਾਡੇ ਕੋਲ ਨੇ, ਕਿਉਂਕਿ ਆਪਸੀ ਗਤੀਵਿਧੀਆਂ ਦਾ ਕੇਂਦਰ ਸ਼ਹਿਰ ਹੈ। ਪਿੰਡਾਂ ਤੋਂ ਲੋਕ ਦੂਰ ਦੂਰ ਤੋਂ ਸ਼ਹਿਰਾਂ 'ਚ ਆਉਂਦੇ ਨੇ। ਸਟਰੀਟ ਵੈਂਡਰਸ ਹੋਣ, ਰੇਹੜੀ ਵਾਲੇ ਲੋਕ ਹੋਣ, ਬੈਂਕਾਂ ਤੋਂ ਉਹਨਾਂ ਨੂੰ ਸਿੱਧਾ ਪੈਸਾ ਦੇਣ ਦੀਆਂ ਯੋਜਨਾਵਾਂ ਚੱਲ ਰਹੀਆਂ ਨੇ। ਲੱਖਾਂ ਲੋਕਾਂ ਨੇ ਇੰਨੇ ਘੱਟ ਸਮੇਂ 'ਚ ਕਰੋਨਾ ਦੇ ਕਾਲ ਵਿੱਚ ਇਹਨਾਂ ਸਕੀਮਾਂ ਦਾ ਫਾਇਦਾ ਚੁੱਕਿਆ ਹੈ। ਹੁਣ ਉਹਨਾਂ ਨੂੰ ਜ਼ਿਆਦਾ ਵਿਆਜ ਚੁੱਕ ਕੇ ਪੈਸਾ ਲੈਣ ਦੀ ਜ਼ਰੂਰਤ ਨਹੀਂ ਪਏਗੀ। ਬੈਂਕ ਤੋਂ ਉਹ ਆਪਣੇ ਹੱਕ ਨਾਲ ਪੈਸੇ ਲੈ ਸਕੇਗਾ। ਉਸੇ ਤਰ੍ਹਾਂ ਜਦੋਂ ਸ਼ਹਿਰ 'ਚ ਸਾਡੇ ਮਿਹਨਤੀ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਰਹਿਣ ਦੀ ਜੇਕਰ ਚੰਗੀ ਸੁਵਿਧਾ ਮਿਲ ਜਾਏ ਤਾਂ ਉਹਨਾਂ ਦੀ ਕਾਰਜਸ਼ੈਲੀ 'ਚ ਬਹੁਤ ਵਾਧਾ ਹੁੰਦਾ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਰ ਦੇ ਅੰਦਰ ਉਹਨਾਂ ਦੇ ਰਹਿਣ ਵਾਸਤੇ ਇੱਕ ਬਹੁਤ ਵੱਡੀ ਯੋਜਨਾ ਬਣਾਈ ਹੈ, ਤਾਂ ਕਿ ਸ਼ਹਿਰ ਦੇ ਅੰਦਰ ਜਦੋਂ ਉਹ ਨੌਜਵਾਨ ਆਏਗਾ ਤਾਂ ਉਹਨੂੰ ਆਪਣੇ ਕੰਮ ਲਈ ਆਸਾਨੀ ਹੋਏਗੀ ਅਤੇ ਆਜ਼ਾਦ ਮਨ ਨਾਲ ਉਹ ਆਪਣੇ ਕੰਮ 'ਚ ਅੱਗੇ ਵਧੇਗਾ। ਮੇਰੇ ਪਿਆਰੇ ਦੇਸ਼ ਵਾਸੀਓ, ਇਹ ਵੀ ਸਹੀ ਹੈ ਕਿ ਵਿਕਾਸ ਦੀ ਇਸ ਯਾਤਰਾ 'ਚ ਵੀ ਅਸੀਂ ਦੇਖਿਆ ਕਿ ਸਮਾਜ ਦੇ ਕੁਝ ਤਬਕੇ ਕਦੀ ਪਿੱਛੇ ਰਹਿ ਜਾਂਦੇ ਨੇ, ਗਰੀਬੀ ਤੋਂ ਬਾਹਰ ਨਹੀਂ ਨਿਕਲ ਪਾਉਂਦੇ। ਉਸੇ ਤਰ੍ਹਾਂ ਰਾਜ ਜੀਵਨ ਵਿੱਚ ਵੀ ਕੁਝ ਖੇਤਰ ਹੁੰਦੇ ਨੇ, ਕੁਝ ਇਲਾਕੇ ਹੁੰਦੇ ਨੇ ਜਿਹੜੇ ਪਿੱਛੇ ਰਹਿ ਜਾਂਦੇ ਨੇ। ਆਤਮ ਨਿਰਭਰ ਭਾਰਤ ਬਣਾਉਣ ਲਈ ਸਾਡੇ ਲਈ ਸੰਤੁਲਿਤ ਵਿਕਾਸ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਅਸੀਂ 110 ਤੋਂ ਜ਼ਿਆਦਾ ਇਲਾਕੇ ਆਈਡੈਂਟੀਫਾਈ ਕੀਤੇ ਨੇ। ਉਹ 110 ਜ਼ਿਲ੍ਹੇ ਜਿਹੜੇ ਐਵਰੇਜ ਤਰੱਕੀ ਤੋਂ ਵੀ ਪਿੱਛੇ ਨੇ, ਉਹਨਾਂ ਨੂੰ ਰਾਜ ਅਤੇ ਰਾਜ ਦੀ ਐਵਰੇਜ ਤੱਕ ਲੈ ਕੇ ਆਉਣਾ ਹੈ। ਉੱਥੋਂ ਦੇ ਲੋਕਾਂ ਨੂੰ ਵਧੀਆ ਸਿੱਖਿਆ ਮਿਲੇ, ਸਿਹਤ ਸੁਵਿਧਾਵਾਂ ਮਿਲਣ, ਉੱਥੋਂ ਦੇ ਲੋਕਾਂ ਲਈ ਰੁਜ਼ਗਾਰ ਦੇ ਸਾਧਨ ਵਧਣ ਅਤੇ ਇਸ ਲਈ ਅਸੀਂ ਲਗਾਤਾਰ ਇਹਨਾਂ 110 ਜ਼ਿਲ੍ਹਿਆਂ ਲਈ ਜਿਹੜੇ ਵਿਕਾਸ ਯਾਤਰਾ 'ਚ ਪਿੱਛੇ ਰਹਿ ਗਏ ਨੇ, ਉਹਨਾਂ ਵਾਸਤੇ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਆਤਮ ਨਿਰਭਰ ਭਾਰਤ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਆਤਮ ਨਿਰਭਰ ਖੇਤੀ ਅਤੇ ਆਤਮ ਨਿਰਭਰ ਕਿਸਾਨ, ਅਤੇ ਇਹਨੂੰ ਅਸੀਂ ਕਦੀ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਕਿਸਾਨ ਨੂੰ ਪਿਛਲੇ ਦਿਨੀਂ ਅਸੀਂ ਦੇਖਿਆ, ਇੱਕ ਤੋਂ ਬਾਅਦ ਇੱਕ ਰਿਫਾਰਮ ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਕੀਤੇ ਗਏ ਨੇ। ਕਿਸਾਨ ਨੂੰ ਤਮਾਮ ਬੰਧਨਾਂ ਤੋਂ ਮੁਕਤ ਕਰਨਾ ਹੈ, ਉਹ ਕੰਮ ਅਸੀਂ ਕਰ ਦਿੱਤਾ ਹੈ। ਤੁਸੀਂ ਸੋਚ ਨਹੀਂ ਸਕਦੇ ਹੋਵੋਗੇ, ਸਾਡੇ ਦੇਸ਼ 'ਚ ਤੁਸੀਂ ਜੇਕਰ ਸਾਬਣ ਬਣਾਉਂਦੇ ਹੋ ਤਾਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਜਾ ਕੇ ਵੇਚ ਸਕਦੇ ਹੋ। ਜੇਕਰ ਤੁਸੀਂ ਕੱਪੜਾ ਬਣਾਉਂਦੇ ਹੋ ਤਾਂ ਹਿੰਦੁਸਤਾਨ 'ਚ ਕਿਤੇ ਵੀ ਵੇਚ ਸਕਦੇ ਹੋ। ਤੁਸੀਂ ਖੰਡ ਬਣਾਓ, ਵੇਚ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਏਗਾ, ਮੇਰੇ ਦੇਸ਼ ਦਾ ਕਿਸਾਨ ਜੋ ਉਤਪਾਦਨ ਕਰਦਾ ਸੀ
ਉਹ ਨਾ ਤਾਂ ਆਪਣੀ ਮਰਜ਼ੀ ਨਾਲ ਵੇਚ ਸਕਦਾ ਸੀ ਅਤੇ ਨਾ ਮਰਜ਼ੀ ਨਾਲ ਜਿੱਥੇ ਚਾਹੇ ਵੇਚ ਸਕਦਾ ਸੀ। ਉਹਦੇ ਲਈ ਜਿਹੜਾ ਦਾਇਰਾ ਤੈਅ ਕੀਤਾ ਗਿਆ ਸੀ ਉੱਥੇ ਹੀ ਵੇਚ ਸਕਦਾ ਸੀ। ਇਹਨਾਂ ਸਾਰੇ ਬੰਧਨਾਂ ਨੂੰ ਅਸੀਂ ਖ਼ਤਮ ਕਰ ਦਿੱਤਾ ਹੈ। ਹੁਣ ਹਿੰਦੁਸਤਾਨ ਦਾ ਕਿਸਾਨ ਉਸ ਆਜ਼ਾਦੀ ਦਾ ਸਾਹ ਲੈ ਸਕੇਗਾ ਅਤੇ ਹੁਣ ਉਹ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਆਪਣਾ ਸਮਾਨ ਵੇਚਣਾ ਚਾਹੇਗਾ, ਆਪਣੀ ਸ਼ਰਤ 'ਤੇ ਵੇਚ ਸਕੇਗਾ, ਚਾਹੇ ਦੁਨੀਆ ਦਾ ਕੋਈ ਹਿੱਸਾ ਕਿਉਂ ਨਾ ਹੋਵੇ। ਅਸੀਂ ਕਿਸਾਨ ਦੀ ਆਮਦਨ ਨੂੰ ਵਧਾਉਣ ਲਈ ਅਨੇਕਾਂ ਵਿਕਲਪਿਕ ਚੀਜ਼ਾਂ ਨੂੰ ਵੀ ਉਤਸ਼ਾਹ ਦਿੱਤਾ ਹੈ। ਕਿਸਾਨੀ 'ਚ ਇਨਪੁਟ ਕਾਸਟ ਕਿਸ ਤਰ੍ਹਾਂ ਘਟੇ, ਸੋਲਰ ਪੰਪ ਉਹਨਾਂ ਨੂੰ ਡੀਜ਼ਲ ਪੰਪ ਤੋਂ ਮੁਕਤੀ ਦਿਵਾਏ, ਅੰਨਦਾਤਾ ਊਰਜਾ ਦਾਤਾ ਕਿਸ ਤਰ੍ਹਾਂ ਬਣੇ, ਮਧੂਮੱਖੀ ਪਾਲਣ ਹੋਵੇ, ਫਿਸ਼ਰੀ ਹੋਵੇ, ਪੋਲਟਰੀ ਹੋਵੇ, ਅਜਿਹੀਆਂ ਅਨੇਕਾਂ ਚੀਜ਼ਾਂ ਉਹਦੇ ਨਾਲ ਜੁੜ ਜਾਣ ਤਾਂ ਕਿ ਉਹਦੀ ਆਮਦਨ ਦੁੱਗਣੀ ਹੋ ਜਾਵੇ। ਇਸ ਦਿਸ਼ਾ 'ਚ ਅਸੀਂ ਕੰਮ ਕਰ ਰਹੇ ਹਾਂ। ਅੱਜ ਵਕਤ ਦੀ ਮੰਗ ਹੈ ਸਾਡਾ ਖੇਤੀ ਢਾਂਚਾ ਆਧੁਨਿਕ ਬਣੇ, ਮੁੱਲ ਵਧਣ, ਫੂਡ ਪ੍ਰੋਸੈਸਿੰਗ ਹੋਵੇ, ਪੈਕੇਜਿੰਗ ਦੀ ਵਿਵਸਥਾ ਹੋਵੇ, ਉਹਨੂੰ ਸੰਭਾਲਣ ਦੀ ਵਿਵਸਥਾ ਹੋਵੇ ਅਤੇ ਇਸ ਲਈ ਚੰਗੇ ਇਨਫਰਾਸਟ੍ਰਕਚਰ ਦੀ ਲੋੜ ਹੈ। ਤੁਸੀਂ ਦੇਖਿਆ ਹੋਵੇਗਾ ਕਿ ਇਸ ਕਰੋਨਾ ਦੇ ਕਾਲ ਖੰਡ 'ਚ ਹੀ ਪਿਛਲੇ ਦਿਨੀਂ 1 ਲੱਖ ਕਰੋੜ ਰੁਪਇਆ ਐਗਰੀਕਲਚਰ ਇਨਫਰਾਸਟ੍ਰਕਚਰ ਲਈ ਭਾਰਤ ਸਰਕਾਰ ਨੇ ਵੰਡੇ ਨੇ ਅਤੇ ਇਹ ਕਿਸਾਨਾਂ ਦੀ ਭਲਾਈ ਲਈ ਹੋਏਗਾ ਅਤੇ ਇਹਦੇ ਕਾਰਨ ਕਿਸਾਨ ਆਪਣਾ ਮੁੱਲ ਵੀ ਹਾਸਲ ਕਰ ਸਕੇਗਾ ਅਤੇ ਦੁਨੀਆ ਦੇ ਬਾਜ਼ਾਰ 'ਚ ਵੇਚ ਵੀ ਸਕੇਗਾ। ਵਿਸ਼ਵ ਬਾਜ਼ਾਰ 'ਚ ਉਹਦੀ ਪਹੁੰਚ ਵਧੇਗੀ। ਅੱਜ ਸਾਨੂੰ ਗ੍ਰਾਮੀਣ ਉਦਯੋਗਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਗ੍ਰਾਮੀਣ ਖੇਤਰਾਂ 'ਚ ਵਿਭਿੰਨ ਪ੍ਰਕਾਰ ਦੇ ਖੇਤੀ ਅਤੇ ਊਰਜਾ ਦੇ ਕੰਮਾਂ ਦਾ ਇੱਕ ਜਾਲ ਬਣਾਇਆ ਜਾਏਗਾ ਅਤੇ ਇਹਦੇ ਨਾਲ ਕਿਸਾਨਾਂ ਵਾਸਤੇ FPO, ਕਿਸਾਨਾਂ ਲਈ ਸੰਘ ਬਣਾਉਣ ਦੀ ਜੋ ਅਸੀਂ ਕੋਸ਼ਿਸ਼ ਕੀਤੀ ਹੈ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਇਕੋਨੋਮਿਕਲ ਐਮਪਾਵਰਮੈਂਟ ਦਾ ਕੰਮ ਕਰੇਗਾ। ਭੈਣੋ ਅਤੇ ਭਰਾਓ, ਪਿਛਲੀ ਵਾਰੀ ਮੈਂ ਇਸ ਜਗ੍ਹਾ 'ਤੇ ਜਲ ਜੀਵਨ ਮਿਸ਼ਨ ਦੀ ਘੋਸ਼ਣਾ ਕੀਤੀ ਸੀ। ਅੱਜ ਉਹਨੂੰ 1 ਸਾਲ ਹੋ ਰਿਹਾ ਹੈ। ਮੈਂ ਅੱਜ ਮਾਣ ਨਾਲ ਕਹਿ ਸਕਦਾ ਕਿ ਅਸੀਂ ਜੋ ਸੰਕਲਪ ਲਿਆ ਸੀ ਕਿ ਪੀਣ ਦਾ ਸ਼ੁੱਧ ਪਾਣੀ, ਨਲ ਸੇ ਜਲ ਸਾਡੇ ਦੇਸ਼ ਵਾਸੀਆਂ ਨੂੰ ਮਿਲਣਾ ਚਾਹੀਦਾ ਸੀ। ਸਿਹਤ ਦੀਆਂ ਸਮੱਸਿਆਵਾਂ ਦਾ ਹੱਲ ਵੀ ਸਾਫ਼ ਪਾਣੀ ਨਾਲ ਜੁੜਿਆ ਹੁੰਦਾ ਹੈ। ਅਰਥ ਵਿਵਸਥਾ 'ਚ ਵੀ ਉਹਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਉਹਨੂੰ ਲੈ ਕੇ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ। ਅੱਜ ਮੈਨੂੰ ਇਸ ਗੱਲ ਦਾ ਸੰਤੋਸ਼ ਹੈ ਕਿ ਪ੍ਰਤੀ ਦਿਨ ਅਸੀਂ 1 ਲੱਖ ਤੋਂ ਜ਼ਿਆਦਾ ਘਰਾਂ 'ਚ ਪਾਈਪ ਨਾਲ ਪਾਣੀ ਪਹੁੰਚਾ ਰਹੇ ਹਾਂ ਅਤੇ ਪਿਛਲੇ 1 ਸਾਲ 'ਚ ਅਸੀਂ 2 ਕਰੋੜ ਪਰਿਵਾਰਾਂ ਤੱਕ ਕਾਮਯਾਬ ਹੋਏ ਹਾਂ ਅਤੇ ਖਾਸ ਕਰਕੇ ਜੰਗਲਾਂ 'ਚ ਦੂਰ ਦੂਰ ਤੱਕ ਆਦੀਵਾਸੀਆਂ ਦੇ ਘਰਾਂ ਤੱਕ ਪਾਣੀ ਪਹੁੰਚਾਉਣ ਦਾ ਅਭਿਆਨ ਚੱਲ ਰਿਹਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਜਲ ਜੀਵਨ ਮਿਸ਼ਨ ਨੇ ਦੇਸ਼ 'ਚ ਤੰਦਰੁਸਤੀ ਦਾ ਮਾਹੌਲ ਬਣਾਇਆ ਹੈ। ਜ਼ਿਲ੍ਹੇ ਜ਼ਿਲ੍ਹੇ 'ਚ, ਨਗਰ ਨਗਰ 'ਚ ਅਤੇ ਹਰ ਰਾਜ 'ਚ ਇਸ ਦੀ ਹੋੜ ਲੱਗੀ ਹੋਈ ਹੈ ਅਤੇ ਹਰ ਕਿਸੇ ਦਾ ਇਹ ਮਨੋਰਥ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਮਿਸ਼ਨ ਦੇ ਸੁਪਨੇ ਨੂੰ ਜਲਦੀ ਤੋਂ ਜਲਦੀ ਪੂਰਾ ਕਰੀਏ। ਕੋਆਪਰੇਟਿਵ ਕੰਪੀਟੀਟਿਵ ਫੈਡਰਲਿਜ਼ਮ ਇੱਕ ਨਵੀਂ ਤਾਕਤ ਇਸ ਜਲ ਜੀਵਨ ਮਿਸ਼ਨ ਨਾਲ ਜੁੜ ਗਈ ਹੈ ਅਤੇ ਇਹਦੇ ਨਾਲ ਵੀ ਅਸੀਂ ਅੱਗੇ ਵਧ ਰਹੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਭਾਵੇਂ ਸਾਡਾ ਖੇਤੀ ਦਾ ਖੇਤਰ ਹੋਵੇ, ਭਾਵੇਂ ਸਾਡੇ ਲਘੂ ਉਦਯੋਗਾਂ ਦਾ ਖੇਤਰ ਹੋਵੇ, ਭਾਵੇਂ ਸਾਡੇ ਨੌਕਰੀ ਕਰਨ ਵਾਲੇ ਲੋਕ ਹੋਣ, ਇਹ ਸਾਰੇ ਲੋਕ ਇੱਕ ਤਰ੍ਹਾਂ ਨਾਲ ਭਾਰਤ ਦਾ ਮੱਧਮ ਵਰਗੀ ਹਿੱਸਾ ਹੈ ਅਤੇ ਮੱਧਮ ਵਰਗ ਤੋਂ ਨਿਕਲੇ ਹੋਏ ਪ੍ਰੋਫੈਸ਼ਨਲਸ ਅੱਜ ਦੁਨੀਆ ਭਰ 'ਚ ਆਪਣਾ ਡੰਕਾ ਵਜਾ ਰਹੇ ਨੇ। ਮੱਧਮ ਵਰਗ ਤੋਂ ਨਿਕਲੇ ਹੋਏ ਸਾਡੇ ਇੰਜੀਨੀਅਰਸ, ਡਾਕਟਰਸ, ਵਕੀਲ, ਸਾਇੰਟਿਸਟਸ ਸਾਰੇ ਦੁਨੀਆ 'ਚ ਆਪਣਾ ਨਾਮ ਕਮਾ ਰਹੇ ਨੇ ਅਤੇ ਇਸ ਲਈ ਇਹ ਗੱਲ ਠੀਕ ਹੈ ਕਿ ਮੱਧਮ ਵਰਗ ਨੂੰ ਜਿੰਨੇ ਮੌਕੇ ਮਿਲਦੇ ਨੇ ਉਹ ਅਨੇਕਾਂ ਗੁਣਾ ਤਾਕਤ ਨਾਲ ਉੱਭਰ ਕੇ ਸਾਹਮਣੇ ਆਉਂਦੇ ਨੇ ਅਤੇ ਇਸ ਲਈ ਮੱਧਮ ਵਰਗ ਨੂੰ ਸਰਕਾਰੀ ਦਖਲ ਅੰਦਾਜ਼ੀ ਤੋਂ ਮੁਕਤੀ ਚਾਹੀਦੀ ਹੈ। ਮੱਧਮ ਵਰਗ ਨੂੰ ਅਨੇਕਾਂ ਨਵੇਂ ਮੌਕੇ ਚਾਹੀਦੇ ਨੇ, ਉਹਨੂੰ ਖੁੱਲ੍ਹਾ ਮੈਦਾਨ ਚਾਹੀਦਾ ਹੈ
ਤੇ ਸਾਡੀ ਸਰਕਾਰ ਲਗਾਤਾਰ ਮੱਧਮ ਵਰਗ ਦੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੀ ਹੈ। ਮੱਧਮ ਵਰਗੀ ਮਿਰਾਕਲ ਕਰਨ ਦੀ ਤਾਕਤ ਰੱਖਦਾ ਹੈ। ਈਜ਼ ਆਫ ਲਿਵਿੰਗ, ਇਹਦਾ ਸਭ ਤੋਂ ਵੱਡਾ ਫਾਇਦਾ ਕਿਸੇ ਨੂੰ ਹੋਣਾ ਹੈ ਤਾਂ ਮੇਰੇ ਮੱਧਮ ਵਰਗੀ ਪਰਿਵਾਰਾਂ ਨੂੰ ਹੋਣਾ ਹੈ। ਸਸਤੇ ਇੰਟਰਨੈਟ ਦੀ ਗੱਲ ਹੋਏ, ਚਾਹੇ ਸਸਤੇ ਸਮਾਰਟਫੋਨ ਦੀ ਗੱਲ ਹੋਏ, ਜਾਂ ਉਡਾਨ ਤਹਿਤ ਹਵਾਈ ਜਹਾਜ਼ ਦੀਆਂ ਟਿਕਟਾਂ ਦੇ ਰੇਟ ਮਿਨੀਮਮ ਹੋਣ ਦੀ ਗੱਲ ਹੋਏ, ਜਾਂ ਸਾਡੇ ਹਾਈਵੇਜ਼ ਹੋਣ, ਇਨਫੋਰਮੇਸ਼ਨ ਰੇਂਜ ਹੋਣ, ਇਹ ਸਾਰੀਆਂ ਚੀਜ਼ਾਂ ਮੱਧਮ ਵਰਗ ਦੀ ਤਾਕਤ ਵਧਾਉਣ ਵਾਲੀਆਂ ਨੇ। ਅੱਜ ਤੁਸੀਂ ਦੇਖਿਆ ਹੋਵੇਗਾ, ਮੱਧਮ ਵਰਗ ਤੋਂ ਜਿਹੜਾ ਗਰੀਬੀ ਤੋਂ ਬਾਹਰ ਨਿਕਲਿਆ ਹੋਵੇਗਾ, ਉਹਦਾ ਪਹਿਲਾ ਸੁਪਨਾ ਹੁੰਦਾ ਹੈ ਕਿ ਉਹਦਾ ਆਪਣਾ ਘਰ ਹੋਵੇ। ਉਹ ਬਰਾਬਰੀ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਦੇਸ਼ 'ਚ ਇਹ ਬਹੁਤ ਵੱਡਾ ਕੰਮ ਅਸੀਂ EMI ਦੇ ਖੇਤਰ 'ਚ ਕੀਤਾ ਅਤੇ ਉਹਦੇ ਕਾਰਨ ਹੋਮ ਲੋਨ ਸਸਤੇ ਹੋਏ, ਅਤੇ ਜਦੋਂ ਉਹ ਇੱਕ ਘਰ ਲਈ ਲੋਨ ਲੈਂਦਾ ਤਾਂ ਲੋਨ ਪੂਰਾ ਕਰਦੇ ਕਰਦੇ ਉਹਨੂੰ 6 ਲੱਖ ਰੁਪਏ ਦੀ ਛੂਟ ਮਿਲ ਜਾਂਦੀ ਹੈ। ਇੰਨਾ ਹੀ ਨਹੀਂ, ਪਿਛਲੇ ਦਿਨੀਂ ਧਿਆਨ 'ਚ ਆਇਆ ਕਿ ਬਹੁਤ ਮੱਧਮ ਵਰਗੀ ਪਰਿਵਾਰਾਂ ਨੇ ਪੈਸੇ ਲਗਾਏ ਹੋਏ ਨੇ, ਪਰ ਯੋਜਨਾਵਾਂ ਪੂਰੀਆਂ ਨਾ ਹੋਣ ਕਾਰਨ ਆਪਣਾ ਘਰ ਮਿਲ ਨਹੀਂ ਰਿਹਾ, ਕਿਰਾਇਆ ਭਰਨਾ ਪੈ ਰਿਹਾ। ਭਾਰਤ ਸਰਕਾਰ ਨੇ 25,000 ਕਰੋੜ ਰੁਪਇਆ ਵਿਸ਼ੇਸ਼ ਫੰਡ ਬਣਾ ਕੇ ਇਹ ਜਿਹੜੇ ਅੱਧੇ ਅਧੂਰੇ ਘਰ ਨੇ ਪੂਰੇ ਕਰਨ ਲਈ, ਮੱਧਮ ਵਰਗੀ ਲੋਕਾਂ ਨੂੰ ਘਰ ਮਿਲ ਜਾਏ, ਉਹਦੇ ਲਈ ਅਸੀਂ ਇਹ ਕਦਮ ਚੁੱਕਿਆ ਹੈ। GST ਵਿੱਚ ਬਹੁਤ ਤੇਜ਼ੀ ਨਾਲ ਟੈਕਸੇਸ਼ਨ ਘੱਟ ਹੋਇਆ ਹੈ, ਇਨਕਮ ਟੈਕਸ ਘੱਟ ਹੋਇਆ ਹੈ। ਅੱਜ ਮਿਨੀਮਮ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਨਾਲ ਅਸੀਂ ਦੇਸ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਆਪਰੇਟਿਵ ਬੈਂਕਾਂ ਨੂੰ RBI ਨਾਲ ਜੋੜਨਾ, ਇਹ ਆਪਣੇ ਆਪ ਵਿੱਚ ਮੱਧਮ ਵਰਗੀ ਪਰਿਵਾਰਾਂ ਦੇ ਪੈਸਿਆਂ ਨੂੰ ਸੁਰੱਖਿਅਤ ਰੱਖਣ ਦੀ ਗਾਰੰਟੀ ਇਸ ਦੇ ਨਾਲ ਜੁੜੀ ਹੋਈ ਹੈ। MSME ਸੈਕਟਰ ਵਿੱਚ ਜੋ ਰਿਫਾਰਮਸ ਹੋਏ ਨੇ, ਐਗਰੀਕਲਚਰ ਸੈਕਟਰ 'ਚ ਜੋ ਰਿਫਾਰਮਸ ਹੋਏ ਨੇ, ਇਸ ਦਾ ਸਿੱਧਾ ਫਾਇਦਾ ਸਾਡੇ ਮੱਧਮ ਵਰਗੀ ਮਿਹਨਤਕਸ਼ ਪਰਿਵਾਰਾਂ ਨੂੰ ਜਾਣ ਵਾਲਾ ਹੈ ਅਤੇ ਉਸ ਦੇ ਕਾਰਨ ਹਜ਼ਾਰਾਂ ਕਰੋੜ ਰੁਪਏ ਦੇ ਸਪੈਸ਼ਲ ਫੰਡਸ ਅੱਜ ਜੋ ਸਾਡੇ ਵਪਾਰੀ ਭਰਾਵਾਂ ਨੂੰ, ਸਾਡੇ ਲਘੂ ਉਦਯੋਗਕਾਰਾਂ ਨੂੰ ਅਸੀਂ ਦੇ ਰਹੇ ਹਾਂ, ਉਹਨਾਂ ਨੂੰ ਇਸ ਦਾ ਫਾਇਦਾ ਮਿਲਣ ਵਾਲਾ ਹੈ। ਆਮ ਭਾਰਤੀ ਦੀ ਸ਼ਕਤੀ, ਉਸ ਦੀ ਊਰਜਾ, ਆਤਮ ਨਿਰਭਰ ਭਾਰਤ ਅਭਿਆਨ ਦਾ ਇੱਕ ਬਹੁਤ ਵੱਡਾ ਆਧਾਰ ਹੈ। ਇਸ ਤਾਕਤ ਨੂੰ ਬਣਾਈ ਰੱਖਣ ਲਈ ਹਰ ਪੱਧਰ ਉੱਤੇ ਲਗਾਤਾਰ ਕੰਮ ਜਾਰੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਆਤਮ ਨਿਰਭਰ ਭਾਰਤ ਦੇ ਨਿਰਮਾਣ 'ਚ, ਆਧੁਨਿਕ ਭਾਰਤ ਦੇ ਨਿਰਮਾਣ 'ਚ, ਨਵੇਂ ਭਾਰਤ ਦੇ ਨਿਰਮਾਣ 'ਚ, ਸਮਰਿੱਧ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ 'ਚ ਦੇਸ਼ ਦੀ ਸਿੱਖਿਆ ਦਾ ਬਹੁਤ ਵੱਡਾ ਮਹੱਤਵ ਹੈ। ਇਸੇ ਸੋਚ ਦੇ ਨਾਲ ਦੇਸ਼ ਨੂੰ 3 ਦਹਾਕਿਆਂ ਤੋਂ ਬਾਅਦ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇਣ ਲਈ ਅਸੀਂ ਅੱਜ ਸਮਰੱਥ ਹੋਏ ਹਾਂ ਅਤੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਇਸ ਦੇ ਸਵਾਗਤ ਦੇ ਸਮਾਚਾਰ ਇੱਕ ਨਵੀਂ ਊਰਜਾ, ਇੱਕ ਨਵਾਂ ਵਿਸ਼ਵਾਸ ਦੇ ਰਹੇ ਨੇ। ਇਹ ਸਿੱਖਿਆ, ਇਹ ਰਾਸ਼ਟਰੀ ਸਿੱਖਿਆ ਨੀਤੀ ਸਾਡੇ ਵਿਦਿਆਰਥੀਆਂ ਨੂੰ ਜੜ੍ਹ ਨਾਲ ਜੋੜੇਗੀ, ਪਰ ਨਾਲ ਉਸ ਨੂੰ ਇੱਕ ਗਲੋਬਲ ਸਿਟੀਜ਼ਨ ਬਣਾਉਣ ਲਈ ਵੀ ਪੂਰੀ ਤਰ੍ਹਾਂ ਸਮਰੱਥ ਕਰੇਗੀ। ਉਹ ਜੜ੍ਹਾਂ ਨਾਲ ਜੁੜਿਆ ਹੋਏਗਾ, ਪਰ ਉਸ ਦਾ ਸਿਰ ਅਸਮਾਨ ਦੀਆਂ ਉਚਾਈਆਂ ਨੂੰ ਛੂਹੇਗਾ। ਅੱਜ ਤੁਸੀਂ ਵੇਖਿਆ ਹੋਏਗਾ, ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇੱਕ ਵਿਸ਼ੇਸ਼ ਬਲ ਦਿੱਤਾ ਗਿਆ ਹੈ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ, ਕਿਉਂਕਿ ਦੇਸ਼ ਨੂੰ ਤਰੱਕੀ ਕਰਨ ਲਈ ਇਨੋਵੇਸ਼ਨ ਬਹੁਤ ਜ਼ਰੂਰੀ ਹੁੰਦਾ ਹੈ। ਇਨੋਵੇਸ਼ਨ ਨੂੰ ਜਿੰਨਾ ਜ਼ੋਰ ਮਿਲੇਗਾ, ਰਿਸਰਚ ਨੂੰ ਜਿੰਨਾ ਜ਼ੋਰ ਮਿਲੇਗਾ, ਓਨਾ ਹੀ ਦੇਸ਼ ਨੂੰ ਅੱਗੇ ਲਿਜਾਉਣ ਅਤੇ ਕੰਪੀਟੀਟਿਵ ਵਰਲਡ 'ਚ ਅੱਗੇ ਵਧਾਉਣ ਲਈ ਬਹੁਤ ਤਾਕਤ ਮਿਲੇਗੀ। ਤੁਸੀਂ ਸੋਚਿਆ ਹੋਵੇਗਾ ਕਿ ਕਦੀ ਇੰਨੀ ਤੇਜ਼ੀ ਨਾਲ ਪਿੰਡਾਂ ਤੱਕ ਆਨਲਾਈਨ ਕਲਾਸਿਸ ਦਾ ਇੰਨਾ ਮਾਹੌਲ ਬਣ ਜਾਏਗਾ। ਕਦੀ ਆਫਤ 'ਚ ਵੀ ਕੁਝ ਇੱਦਾਂ ਦੀਆਂ ਚੀਜ਼ਾਂ ਉੱਭਰ ਕੇ ਆ ਜਾਂਦੀਆਂ ਨੇ ਜੋ ਨਵੀਂ ਤਾਕਤ ਦੇ ਦਿੰਦੀਆਂ ਨੇ, ਅਤੇ ਇਸੇ ਲਈ ਤੁਸੀਂ ਦੇਖਿਆ ਹੋਵੇਗਾ ਕਰੋਨਾ ਕਾਲ ਵਿੱਚ ਆਨਲਾਈਨ ਕਲਾਸਿਸ ਇੱਕ ਤਰ੍ਹਾਂ ਨਾਲ ਕਲਚਰ ਬਣ ਗਿਆ ਹੈ। ਤੁਸੀਂ ਦੇਖੋ, ਆਨਲਾਈਨ ਡਿਜੀਟਲ ਟ੍ਰਾਂਜੈਕਸ਼ਨ ਉਹ ਵੀ ਕਿਸ ਤਰ੍ਹਾਂ ਵੱਧ ਰਿਹਾ ਹੈ। ਭੀਮ UPI ਪਿਛਲੇ 1 ਮਹੀਨੇ 'ਚ
ਯਾਨੀ ਕਿਸੇ ਨੂੰ ਵੀ ਮਾਣ ਹੋਏਗਾ ਕਿ ਭਾਰਤ ਵਰਗੇ ਦੇਸ਼ ਵਿੱਚ UPI ਭੀਮ ਦੁਆਰਾ ਪਿਛਲੇ 1 ਮਹੀਨੇ 'ਚ 3 ਲੱਖ ਕਰੋੜ ਰੁਪਏ ਦਾ ਟ੍ਰਾਂਜੈਕਸ਼ਨ ਹੋਇਆ ਹੈ। ਅੱਜ ਆਪਣੇ ਆਪ 'ਚ ਅਸੀਂ ਕਿਸ ਤਰ੍ਹਾਂ ਬਦਲੇ ਹੋਏ ਹਾਲਾਤ ਨੂੰ ਸਵੀਕਾਰ ਕਰਨ ਲੱਗ ਪਏ ਹਾਂ। ਇਹ ਇਸ ਦਾ ਨਮੂਨਾ ਹੈ। ਤੁਸੀਂ ਦੇਖਦੇ ਹੋ 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ 5 ਦਰਜਨ ਪੰਚਾਇਤਾਂ 'ਚ ਆਪਟੀਕਲ ਫਾਈਬਰ ਸੀ। ਪਿਛਲੇ 5 ਸਾਲਾਂ 'ਚ 2 ਲੱਖ ਪਿੰਡ ਪੰਚਾਇਤਾਂ ਤੱਕ ਆਪਟੀਕਲ ਫਾਈਬਰ ਨੈੱਟਵਰਕ ਪਹੁੰਚ ਚੁੱਕਿਆ ਹੈ। ਸਾਰੀਆਂ ਪੰਚਾਇਤਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀ। ਜੋ 1 ਲੱਖ ਪੰਚਾਇਤਾਂ ਬਾਕੀ ਨੇ ਉੱਥੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪਰ ਬਦਲੇ ਹੋਏ ਹਾਲਾਤ 'ਚ ਪਿੰਡਾਂ ਦੀ ਡਿਜੀਟਲ ਇੰਡੀਆ ਵਿੱਚ ਭਾਗੀਦਾਰੀ ਜ਼ਰੂਰੀ ਬਣ ਗਈ ਹੈ। ਪਿੰਡਾਂ ਦੇ ਲੋਕਾਂ ਦੀਆਂ ਵੀ ਇਸ ਤਰ੍ਹਾਂ ਦੀਆਂ ਆਨਲਾਈਨ ਸਹੂਲਤਾਂ ਦੀਆਂ ਜ਼ਰੂਰਤਾਂ ਵੱਧ ਗਈਆਂ ਨੇ। ਇਸ ਨੂੰ ਧਿਆਨ 'ਚ ਰੱਖਦੇ ਹੋਏ ਪਹਿਲਾਂ ਜੋ ਅਸੀਂ ਪ੍ਰੋਗਰਾਮ ਬਣਾਇਆ ਸੀ, ਹੁਣ ਪੰਚਾਇਤਾਂ ਤੱਕ ਪਹਿਲਾਂ ਪਹੁੰਚਾਂਗੇ। ਪਰ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਤੈਅ ਕੀਤਾ ਹੈ ਕਿ ਸਾਰੇ 6 ਲੱਖ ਤੋਂ ਜ਼ਿਆਦਾ ਜੋ ਸਾਡੇ ਪਿੰਡ ਨੇ ਉਹਨਾਂ ਸਾਰਿਆਂ 'ਚ ਆਪਟੀਕਲ ਫਾਈਬਰ ਨੈੱਟਵਰਕ ਪਹੁੰਚਾਇਆ ਜਾਏਗਾ। ਜ਼ਰੂਰਤ ਬਦਲੀ ਹੈ ਤਾਂ ਅਸੀਂ ਪ੍ਰਾਇਰਟੀ ਵੀ ਬਦਲੀ ਹੈ। 6 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਹਜ਼ਾਰਾਂ ਲੱਖਾਂ ਕਿਲੋਮੀਟਰ ਆਪਟੀਕਲ ਫਾਈਬਰ ਦਾ ਕੰਮ ਚਲਾਇਆ ਜਾਏਗਾ ਅਤੇ ਅਸੀਂ ਤੈਅ ਕੀਤਾ ਕਿ 1000 ਦਿਨਾਂ ਵਿੱਚ ਦੇਸ਼ ਦੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਆਪਟੀਕਲ ਫਾਈਬਰ ਨੈੱਟਵਰਕ ਦਾ ਕੰਮ ਪੂਰਾ ਕਰ ਦਿੱਤਾ ਜਾਏਗਾ। ਬਦਲਦੀ ਹੋਈ ਟੈਕਨੋਲੋਜੀ 'ਚ ਸਾਈਬਰ ਸਪੇਸ ਤੇ ਸਾਡੀ ਨਿਰਭਰਤਾ ਵਧਣ ਵਾਲੀ ਹੈ। ਪਰ ਸਾਈਬਰ ਸਪੇਸ ਦੇ ਖਤਰੇ ਵੀ ਜੁੜੇ ਹੋਏ ਨੇ। ਇਸ ਗੱਲ ਨੂੰ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ। ਇਹਨਾਂ ਨਾਲ ਦੇਸ਼ ਦੇ ਸਮਾਜਿਕ ਤਾਣੇ ਬਾਣੇ, ਸਾਡੀ ਅਰਥ ਵਿਵਸਥਾ ਤੇ ਸਾਡੇ ਦੇਸ਼ ਦੇ ਵਿਕਾਸ ਉੱਤੇ ਵੀ ਖਤਰੇ ਪੈਦਾ ਕਰਨ ਦਾ ਸੌਖਾ ਰਸਤਾ ਬਣ ਸਕਦਾ ਹੈ ਅਤੇ ਇਸ ਲਈ ਭਾਰਤ ਇਸ ਉੱਤੇ ਬਹੁਤ ਸੁਚੇਤ ਹੈ। ਭਾਰਤ ਬਹੁਤ ਸਤਰਕ ਹੈ ਅਤੇ ਇਹਨਾਂ ਖਤਰਿਆਂ ਦਾ ਸਾਹਮਣਾ ਕਰਨ ਲਈ ਫੈਸਲੇ ਲੈ ਰਿਹਾ ਹੈ। ਇੰਨਾ ਹੀ ਨਹੀਂ, ਨਵੀਆਂ ਵਿਵਸਥਾਵਾਂ ਵੀ ਲਗਾਤਾਰ ਵਿਕਸਿਤ ਕੀਤੀਆਂ ਜਾ ਰਹੀਆਂ ਨੇ। ਬਹੁਤ ਹੀ ਥੋੜ੍ਹੇ ਸਮੇਂ ਵਿੱਚ ਨਵੀਂ ਸਾਈਬਰ ਸੁਰੱਖਿਆ ਰਣਨੀਤੀ, ਇਸ ਦਾ ਇੱਕ ਪੂਰਾ ਖਾਕਾ ਦੇਸ਼ ਦੇ ਸਾਹਮਣੇ ਆਏਗਾ। ਆਉਣ ਵਾਲੇ ਸਮੇਂ ਵਿੱਚ ਸਾਰੀਆਂ ਇਕਾਈਆਂ ਨੂੰ ਜੋੜ ਕੇ ਸਾਨੂੰ ਇਸ ਸਾਈਬਰ ਸਿਕਿਉਰਿਟੀ ਵਿੱਚ ਸਾਰਿਆਂ ਨੂੰ ਇਕੱਠੇ ਚੱਲਣਾ ਪਏਗਾ। ਉਸ ਦੇ ਲਈ ਅੱਗੇ ਵਧਣ ਦੀ ਰਣਨੀਤੀ ਬਣਾਵਾਂਗੇ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਵਿੱਚ ਮਹਿਲਾ ਸ਼ਕਤੀ ਨੂੰ ਜਦੋਂ ਵੀ ਮੌਕੇ ਮਿਲੇ ਉਹਨਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਦੇਸ਼ ਨੂੰ ਮਜ਼ਬੂਤੀ ਦਿੱਤੀ। ਮਹਿਲਾਵਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਬਰਾਬਰ ਮੌਕੇ ਦੇਣ ਲਈ ਦੇਸ਼ ਪ੍ਰਤੀਬੱਧ ਹੈ। ਅੱਜ ਭਾਰਤ 'ਚ ਮਹਿਲਾਵਾਂ ਅੰਡਰਗਰਾਊਂਡ ਕੋਇਲੇ ਦੀਆਂ ਖਦਾਨਾਂ 'ਚ ਕੰਮ ਕਰ ਰਹੀਆਂ ਨੇ। ਅੱਜ ਮੇਰੇ ਦੇਸ਼ ਦੀਆਂ ਬੇਟੀਆਂ ਦੇ ਫਾਈਟਰ ਪਲੇਨਸ ਅਸਮਾਨ ਦੀਆਂ ਬੁਲੰਦੀਆਂ ਨੂੰ ਚੁੰਮ ਰਹੇ ਨੇ। ਅੱਜ ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚ ਹੈ ਜਿੱਥੇ ਨੌ ਸੈਨਾ ਅਤੇ ਵਾਯੂ ਸੈਨਾ 'ਚ ਮਹਿਲਾਵਾਂ ਨੂੰ ਕੰਬੈਟ ਰੋਲ 'ਚ ਸ਼ਾਮਿਲ ਕੀਤਾ ਜਾ ਰਿਹਾ। ਗਰਭਵਤੀ ਮਹਿਲਾਵਾਂ ਨੂੰ ਸੈਲਰੀ ਦੇ ਨਾਲ 6 ਮਹੀਨੇ ਦੀ ਛੁੱਟੀ ਦੇਣ ਦੇ ਫੈਸਲੇ ਦੀ ਗੱਲ ਹੋਏ। ਸਾਡੇ ਦੇਸ਼ ਦੀਆਂ ਮਹਿਲਾਵਾਂ ਜੋ 3 ਤਲਾਕ ਕਰਕੇ ਦੁਖੀ ਰਹਿੰਦੀਆਂ ਸੀ, ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਨੂੰ ਆਜ਼ਾਦੀ ਦਿਵਾਉਣ ਦੀ ਗੱਲ ਹੋਏ, ਮਹਿਲਾਵਾਂ ਨੂੰ ਆਰਥਿਕ ਸਸ਼ਕਤੀਕਰਨ ਦੀ ਗੱਲ ਹੋਵੇ, 40 ਕਰੋੜ ਜੋ ਜਨ ਧਨ ਖਾਤੇ ਖੋਲ੍ਹੇ ਗਏ, ਉਸ 'ਚ 22 ਕਰੋੜ ਖਾਤੇ ਸਾਡੀਆਂ ਭੈਣਾਂ ਦੇ ਨੇ। ਕਰੋਨਾ ਕਾਲ 'ਚ ਕਰੀਬ 30,000 ਕਰੋੜ ਰੁਪਏ ਇਹਨਾਂ ਭੈਣਾਂ ਦੇ ਖਾਤਿਆਂ 'ਚ ਜਮ੍ਹਾਂ ਕਰ ਦਿੱਤੇ ਗਏ ਨੇ। ਮੁਦਰਾ ਲੋਨ 25 ਕਰੋੜ ਦੇ ਕਰੀਬ ਮੁਦਰਾ ਲੋਨ ਦਿੱਤੇ ਗਏ ਨੇ। ਉਸ 'ਚ 70% ਮੁਦਰਾ ਲੋਨ ਲੈਣ ਵਾਲੀਆਂ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਆਪਣਾ ਘਰ ਮਿਲ ਰਿਹਾ ਹੈ, ਉਸ ਦੀ ਜ਼ਿਆਦਾਤਰ ਰਜਿਸਟਰੀ ਵੀ ਮਹਿਲਾਵਾਂ ਦੇ ਨਾਮ ਹੋ ਰਹੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਗਰੀਬ ਭੈਣਾਂ ਅਤੇ ਬੇਟੀਆਂ ਦੀ ਬਿਹਤਰ ਸਿਹਤ ਦੀ ਚਿੰਤਾ ਇਹ ਸਰਕਾਰ ਲਗਾਤਾਰ ਕਰ ਰਹੀ ਹੈ। ਅਸੀਂ ਜਨ ਔਸ਼ਧੀ ਕੇਂਦਰ ਅੰਦਰ 1 ਰੁਪਏ 'ਚ ਸੈਨੇਟਰੀ ਪੈਡ ਪਹੁੰਚਾਉਣ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਹੈ।
6000 ਜਨ ਔਸ਼ਧੀ ਕੇਂਦਰਾਂ ਵਿੱਚ ਪਿਛਲੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਕਰੀਬ 5 ਕਰੋੜ ਤੋਂ ਜ਼ਿਆਦਾ ਸੈਨੇਟਰੀ ਪੈਡਸ ਸਾਡੀਆਂ ਗਰੀਬ ਮਹਿਲਾਵਾਂ ਤੱਕ ਪੁੱਜ ਚੁੱਕੇ ਨੇ। ਬੇਟੀਆਂ 'ਚ ਕੁਪੋਸ਼ਣ ਖਤਮ ਹੋਵੇ, ਉਹਨਾਂ ਦੇ ਵਿਆਹ ਦੀ ਸਹੀ ਉਮਰ ਕੀ ਹੋਵੇ, ਇਸ ਲਈ ਅਸੀਂ ਕਮੇਟੀ ਬਣਾਈ ਹੈ। ਉਸ ਦੀ ਰਿਪੋਰਟ ਆਉਂਦੇ ਹੀ ਬੇਟੀਆਂ ਦੇ ਵਿਆਹ ਦੀ ਉਮਰ ਦੇ ਬਾਰੇ ਸਹੀ ਫੈਸਲੇ ਲਏ ਜਾਣਗੇ। ਮੇਰੇ ਪਿਆਰੇ ਦੇਸ਼ ਵਾਸੀਓ, ਇਸ ਕਰੋਨਾ ਦੇ ਸੈਕਟਰ ਵਿੱਚ ਹੈਲਥ ਸੈਕਟਰ ਦੀ ਤਰਫ ਧਿਆਨ ਜਾਣਾ ਸੁਭਾਵਿਕ ਹੈ। ਇਸ ਲਈ ਆਤਮ ਨਿਰਭਰ ਦੀ ਸਭ ਤੋਂ ਵੱਡੀ ਸਿੱਖਿਆ ਸਾਨੂੰ ਹੈਲਥ ਸੈਕਟਰ 'ਚ ਕਰੋਨਾ ਕਾਲ ਨੇ ਸਿਖਾ ਦਿੱਤੀ ਹੈ ਅਤੇ ਉਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅਸੀਂ ਅੱਗੇ ਵੀ ਵਧਣਾ ਹੈ। ਹੁਣ ਦੇਖੋ, ਕਰੋਨਾ ਦੇ ਵੇਲੇ ਇਸ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਸਿਰਫ ਇੱਕ ਲੈਬ ਸੀ ਟੈਸਟਿੰਗ ਲਈ। ਅੱਜ 1400 ਲੈਬਸ ਦਾ ਨੈੱਟਵਰਕ ਹੈ। ਹਿੰਦੁਸਤਾਨ ਦੇ ਹਰ ਕੋਨੇ 'ਚ ਫੈਲਿਆ ਹੋਇਆ ਹੈ। ਜਦੋਂ ਕਰੋਨਾ ਦਾ ਸੰਕਟ ਆਇਆ, ਉਦੋਂ ਇੱਕ ਦਿਨ 'ਚ ਸਿਰਫ 300 ਟੈਸਟ ਹੁੰਦੇ ਸੀ। ਇੰਨੇ ਘੱਟ ਸਮੇਂ 'ਚ ਸਾਡੇ ਲੋਕਾਂ ਨੇ ਉਹ ਤਾਕਤ ਵਿਖਾਈ ਹੈ ਕਿ ਅੱਜ ਹਰ ਦਿਨ 7 ਲੱਖ ਤੋਂ ਜ਼ਿਆਦਾ ਟੈਸਟ ਅਸੀਂ ਕਰ ਸਕੇ ਹਾਂ। ਕਿੱਥੇ 300 ਤੋਂ ਸ਼ੁਰੂ ਕੀਤਾ ਸੀ ਅਤੇ ਕਿੱਥੇ ਅਸੀਂ 7 ਲੱਖ ਤੱਕ ਪੁੱਜ ਗਏ। ਦੇਸ਼ ਵਿੱਚ ਨਵੇਂ ਏਮਸ, ਨਵੇਂ ਮੈਡੀਕਲ ਕਾਲਜ ਦਾ ਨਿਰਮਾਣ, ਆਧੁਨਿਕੀਕਰਨ ਦੀ ਦਿਸ਼ਾ ਵੱਲ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਹਾਂ। 5 ਸਾਲਾਂ 'ਚ NDBAs, MDAs 45,000 ਤੋਂ ਜ਼ਿਆਦਾ ਸਟੂਡੈਂਟਸ ਲਈ ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਪਿੰਡਾਂ ਵਿੱਚ 1.5 ਲੱਖ ਤੋਂ ਜ਼ਿਆਦਾ ਵੈਲਨੈਸ ਸੈਂਟਰਸ ਅਤੇ ਉਸ ਦੇ ਵਿੱਚੋਂ ਤਾਂ ਕਰੀਬ 1/3 ਤਾਂ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਇਸ ਕਰੋਨਾ ਕਾਲ ਵਿੱਚ ਵੱਡੀ ਮਦਦ ਕੀਤੀ ਹੈ। ਕਰੋਨਾ ਕਾਲ ਵਿੱਚ ਵੈਲਨੈਸ ਸੈਂਟਰ ਦੀ ਭੂਮਿਕਾ ਨੇ ਪਿੰਡਾਂ ਦੀ ਬਹੁਤ ਵੱਡੀ ਮਦਦ ਕੀਤੀ ਹੈ। ਹੈਲਥ ਸੈਕਟਰ 'ਚ ਅੱਜ ਤੋਂ ਇੱਕ ਬਹੁਤ ਵੱਡਾ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ। ਉਸ 'ਚ ਟੈਕਨੋਲੋਜੀ ਦਾ ਵੀ ਬਹੁਤ ਵੱਡਾ ਰੋਲ ਹੈ। ਅੱਜ ਤੋਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਭਾਰਤ ਦੇ ਹੈਲਥ ਸੈਕਟਰ 'ਚ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆਏਗਾ। ਇਲਾਜ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਘੱਟ ਕਰਨ ਲਈ ਟੈਕਨੋਲੋਜੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਹੋਏਗਾ। ਹਰ ਭਾਰਤੀ ਨੂੰ ਹੈਲਥ ID ਦਿੱਤੀ ਜਾਏਗੀ। ਇਹ ਹੈਲਥ ID ਹਰ ਭਾਰਤੀ ਦੇ ਨਾਲ ਖਾਤੇ ਵਾਂਗ ਕੰਮ ਕਰੇਗੀ। ਤੁਹਾਡੇ ਹਰ ਟੈਸਟ, ਹਰ ਬਿਮਾਰੀ, ਤੁਹਾਨੂੰ ਕਿਸ ਡਾਕਟਰ ਕੋਲ, ਤੁਸੀਂ ਕਿਹੜੀ ਦਵਾਈ ਲਈ ਸੀ, ਉਹਨਾਂ ਦਾ ਕੀ ਡਾਇਗਨੋਸਿਸ ਸੀ, ਕਦੋਂ ਲਈ ਸੀ, ਤੁਹਾਡੀ ਰਿਪੋਰਟ ਕੀ ਸੀ, ਇਹ ਸਾਰੀ ਜਾਣਕਾਰੀ ਇਸ ਇੱਕ ਹੈਲਥ ID 'ਚ ਸ਼ਾਮਿਲ ਕੀਤੀ ਜਾਏਗੀ। ਡਾਕਟਰਸ ਅਪੁਆਇੰਟਮੈਂਟ ਹੋਵੇ, ਪੈਸਾ ਜਮ੍ਹਾਂ ਕਰਨਾ ਹੋਵੇ, ਹਸਪਤਾਲ 'ਚ ਪਰਚੀ ਬਣਾਉਣੀ ਹੋਵੇ, ਤਮਾਮ ਪਰੇਸ਼ਾਨੀਆਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੁਆਰਾ ਕਈ ਮੁਸੀਬਤਾਂ ਤੋਂ ਮੁਕਤੀ ਮਿਲੇਗੀ ਅਤੇ ਉੱਤਮ ਸਵਾਸਥ ਲਈ ਸਾਡਾ ਕੋਈ ਵੀ ਨਾਗਰਿਕ ਸਹੀ ਫੈਸਲੇ ਲੈ ਪਾਏਗਾ। ਇਹ ਵਿਵਸਥਾ ਹੁਣ ਹੋਣ ਵਾਲੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਵੀ ਕਰੋਨਾ ਦੀ ਗੱਲ ਆਉਂਦੀ ਹੈ, ਇੱਕ ਗੱਲ ਸੁਭਾਵਿਕ ਹੈ, ਹਰ ਕਿਸੇ ਦੇ ਮਨ 'ਚ ਸਵਾਲ ਹੈ, ਕਰੋਨਾ ਦੀ ਵੈਕਸੀਨ ਕਦੋਂ ਤਿਆਰ ਹੋਏਗੀ। ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਹੈ, ਪੂਰੀ ਦੁਨੀਆ 'ਚ ਹੈ। ਮੈਂ ਅੱਜ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ, ਦੇਸ਼ ਦੇ ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਇੱਕ ਰਿਸ਼ੀ ਮੁਨੀ ਦੀ ਤਰ੍ਹਾਂ ਲੈਬੋਰਟਰੀ 'ਚ ਜੀ ਜਾਨ ਨਾਲ ਲੱਗੇ ਹੋਏ ਨੇ, ਲਗਾਤਾਰ ਤਪੱਸਿਆ ਕਰ ਰਹੇ ਨੇ, ਸਖਤ ਮਿਹਨਤ ਕਰ ਰਹੇ ਨੇ ਅਤੇ ਭਾਰਤ 'ਚ ਇੱਕ ਨਹੀਂ, 2 ਨਹੀਂ, 3 ਵੈਕਸੀਨਸ, ਉਸ ਦੇ ਟੈਸਟਿੰਗ ਦੇ ਅਲੱਗ-ਅਲੱਗ ਪੜਾਅ ਨੇ। ਵਿਗਿਆਨੀਆਂ ਤੋਂ ਜਦੋਂ ਹਰੀ ਝੰਡੀ ਮਿਲ ਜਾਏਗੀ, ਵੱਡੇ ਪੱਧਰ 'ਤੇ ਪ੍ਰੋਡਕਸ਼ਨ ਹੋਏਗਾ ਅਤੇ ਉਸ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਤੇਜ਼ੀ ਨਾਲ ਪ੍ਰੋਡਕਸ਼ਨ ਦੇ ਨਾਲ ਵੈਕਸੀਨ ਹਰ ਭਾਰਤੀ ਤੱਕ ਘੱਟ ਤੋਂ ਘੱਟ ਸਮੇਂ ਵਿੱਚ ਕਿੱਦਾਂ ਪੁੱਜੇ, ਉਸ ਦਾ ਖਾਕਾ ਵੀ ਤਿਆਰ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਤਰੱਕੀ ਦੀ ਤਸਵੀਰ ਵੱਖ-ਵੱਖ ਹੈ। ਕੁਝ ਖੇਤਰ ਬਹੁਤ ਅੱਗੇ ਨੇ ਅਤੇ ਕੁਝ ਖੇਤਰ ਬਹੁਤ ਪਿੱਛੇ ਨੇ। ਇਹ ਅਸੰਤੁਲਨ ਆਤਮ ਨਿਰਭਰ ਭਾਰਤ ਦੇ ਸਾਹਮਣੇ ਇੱਕ ਮਹੱਤਵਪੂਰਨ ਚੁਣੌਤੀ ਮੈਂ ਮੰਨ ਸਕਦਾ ਅਤੇ ਇਸੇ ਲਈ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਹੀ ਕਿਹਾ,
110 ਜ਼ਿਲ੍ਹਿਆਂ 'ਤੇ ਅਸੀਂ ਜ਼ੋਰ ਦੇ ਰਹੇ ਹਾਂ। ਉਹਨਾਂ ਨੂੰ ਵਿਕਾਸ ਦੇ ਬਰਾਬਰ ਲਿਆਉਣਾ ਚਾਹੁੰਦੇ ਹਾਂ। ਅਸੀਂ ਉਹਨਾਂ ਦਾ ਵਿਕਾਸ ਕਰਨਾ, ਕਨੈਕਟੀਵਿਟੀ ਨੂੰ ਸੁਧਾਰਨਾ ਸਾਡੀ ਪ੍ਰਾਥਮਿਕਤਾ ਹੈ। ਹੁਣ ਤੁਸੀਂ ਵੇਖੋ, ਹਿੰਦੁਸਤਾਨ ਦਾ ਪੱਛਮੀ ਭਾਗ, ਹਿੰਦੁਸਤਾਨ ਨੂੰ ਵਿੱਚੋਂ ਦੇਖੋ, ਹਿੰਦੁਸਤਾਨ ਦਾ ਪੂਰਬੀ ਭਾਗ, ਪੂਰਬੀ ਉੱਤਰ ਪ੍ਰਦੇਸ਼ ਹੋਵੇ, ਬਿਹਾਰ, ਬੰਗਾਲ ਹੋਵੇ, ਉੜੀਸਾ ਹੋਵੇ, ਸਾਰੇ ਸਾਡੇ ਖੇਤਰ ਨੇ। ਅਪਾਰ ਸੰਪਦਾ ਹੈ, ਕੁਦਰਤੀ ਸਾਧਨਾਂ ਦੇ ਭੰਡਾਰ ਨੇ। ਇੱਥੋਂ ਦੇ ਲੋਕ ਸਮਰੱਥਾਵਾਨ ਨੇ, ਸ਼ਕਤੀਵਾਨ ਨੇ, ਪ੍ਰਤਿਭਾਵਾਨ ਨੇ, ਪਰ ਮੌਕਿਆਂ ਦੀ ਕਮੀ ਹੋਣ ਕਰਕੇ ਇਹ ਖੇਤਰ ਸਾਡੇ ਅਸੰਤੁਲਿਤ ਨੇ। ਇਸ ਲਈ ਅਸੀਂ ਕਈ ਨਵੇਂ ਕਦਮ ਚੁੱਕੇ ਨੇ। ਈਸਟਰਨ ਡੈਡੀਕੇਟਿਡ ਫੈਡ ਕੋਰੀਡੋਰ ਹੋਵੇ, ਪੂਰਬ ਵਿੱਚ ਗੈਸ ਪਾਈਪਲਾਈਨ ਨਾਲ ਜੋੜਨ ਦੀ ਗੱਲ ਹੋਵੇ, ਨਵੇਂ ਰੋਡ ਰੇਲ ਦਾ ਇਨਫਰਾਸਟ੍ਰਕਚਰ ਖੜ੍ਹਾ ਕਰਨਾ ਹੋਵੇ, ਨਵੇਂ ਪੌਡ ਬਣਾਉਣੇ ਹੋਣ, ਯਾਨੀ ਇੱਕ ਤਰ੍ਹਾਂ ਤੋਂ ਪੂਰੀ ਡਿਵੈਲਪਮੈਂਟ ਲਈ ਜੋ ਵੀ ਇਨਫਰਾਸਟ੍ਰਕਚਰ ਲਈ ਖਾਕਾ ਹੋਣਾ ਚਾਹੀਦਾ, ਉਹ ਅਸੀਂ ਬੜੇ ਹੀ ਹੋਲਿਸਟਿਕ ਤਰੀਕੇ ਨਾਲ ਕਰ ਰਹੇ ਹਾਂ, ਤਾਂ ਜੋ ਸਾਡੇ ਇਹ ਖੇਤਰ ਵੀ ਵਿਕਾਸ ਵੱਲ ਵਧਣ। ਇਸੇ ਤਰ੍ਹਾਂ ਲੇਹ, ਲੱਦਾਖ, ਕਾਰਗਿਲ, ਜੰਮੂ ਕਸ਼ਮੀਰ, ਇਹ ਖੇਤਰ 1 ਸਾਲ ਪਹਿਲਾਂ ਇਹਨਾਂ ਇਲਾਕਿਆਂ ਨੂੰ 370 ਤੋਂ ਆਜ਼ਾਦੀ ਮਿਲੀ ਸੀ। 1 ਸਾਲ ਪੂਰਾ ਹੋ ਚੁੱਕਿਆ ਹੈ। ਇਹ ਵਰ੍ਹਾ ਜੰਮੂ ਕਸ਼ਮੀਰ ਦੀ ਨਵੀਂ ਵਿਕਾਸ ਯਾਤਰਾ ਦਾ ਮਹੱਤਵਪੂਰਨ ਪੜਾਅ ਸੀ। ਇਹ 1 ਸਾਲ ਉੱਥੇ ਮਹਿਲਾਵਾਂ ਨੂੰ, ਦਲਿਤਾਂ ਨੂੰ ਆਪਣੇ ਮੂਲ ਅਧਿਕਾਰਾਂ ਨੂੰ ਦੇਣ ਵਾਲਾ ਸਾਲ ਰਿਹਾ ਹੈ। ਇਹ ਸਾਡੇ ਸਵਰਾਜੀਆਂ ਲਈ ਮਾਣਪੂਰਨ ਜਿਊਣ ਵਾਲਾ ਵੀ ਸਾਲ ਰਿਹਾ ਹੈ। ਵਿਕਾਸ ਦਾ ਲਾਭ ਪਿੰਡਾਂ ਤੇ ਗਰੀਬਾਂ ਤੱਕ ਪਹੁੰਚਾਉਣ ਲਈ ਬੈਕ ਟੂ ਵਿਲੇਜਸ ਵਰਗੇ ਅਭਿਆਨ ਚਲਾਏ ਜਾ ਰਹੇ ਨੇ। ਆਯੁਸ਼ਮਾਨ ਯੋਜਨਾ ਨੂੰ ਬਿਹਤਰੀਨ ਤਰੀਕੇ ਨਾਲ ਅੱਜ ਜੰਮੂ ਕਸ਼ਮੀਰ, ਲੱਦਾਖ ਖੇਤਰ ਵਿੱਚ ਵੀ ਉਪਯੋਗ ਕੀਤਾ ਜਾ ਰਿਹਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਲੋਕਤੰਤਰ ਦੀ ਮਜ਼ਬੂਤੀ, ਲੋਕਤੰਤਰ ਦੀ ਸੱਚੀ ਤਾਕਤ ਸਾਡੀ ਚੁਣੀ ਹੋਈ ਖੇਤਰੀ ਇਕਾਈ ਵਿੱਚ ਹੈ। ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਵਿੱਚ ਖੇਤਰੀ ਇਕਾਈਆਂ ਦੇ ਜਨ ਪ੍ਰਤੀਨਿਧੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਕੇ ਵਿਕਾਸ ਦੇ ਨਵੇਂ ਯੁੱਗ ਨੂੰ ਅੱਗੇ ਵਧਾ ਰਹੇ ਨੇ। ਮੈਂ ਉੱਥੋਂ ਦੇ ਸਾਰੇ ਪੰਚਾਂ, ਸਰਪੰਚਾਂ ਨੂੰ ਦਿਲ ਤੋਂ ਬਹੁਤ-ਬਹੁਤ ਵਧਾਈ ਦਿੰਦਾ ਵਿਕਾਸ ਯਾਤਰਾ ਵਿੱਚ ਉਹਨਾਂ ਦੀ ਭਾਗੀਦਾਰੀ ਲਈ। ਜੰਮੂ ਕਸ਼ਮੀਰ ਵਿੱਚ ਡੀਲਿਮਿਟੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਸਰਪ੍ਰਸਤੀ ਹੇਠ ਡੀਲਿਮਿਟੇਸ਼ਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਡੀਲਿਮਿਟੇਸ਼ਨ ਦਾ ਕੰਮ ਪੂਰਾ ਹੁੰਦੇ ਹੀ ਭਵਿੱਖ ਵਿੱਚ ਉੱਥੇ ਚੋਣਾਂ ਹੋਣ, ਜੰਮੂ ਕਸ਼ਮੀਰ ਦੇ MLAs ਹੋਣ, ਜੰਮੂ ਕਸ਼ਮੀਰ ਦੇ ਮੰਤਰੀ ਹੋਣ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹੋਣ, ਨਵੀਂ ਊਰਜਾ ਦੇ ਨਾਲ ਤਰੱਕੀ ਦੇ ਰਾਹ 'ਤੇ ਅੱਗੇ ਵਧਣ। ਇਸ ਲਈ ਦੇਸ਼ ਕੋਸ਼ਿਸ਼ ਕਰ ਰਿਹਾ ਹੈ। ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਕਈ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ। ਹਿਮਾਲਾ ਦੀਆਂ ਉਚਾਈਆਂ 'ਚ ਵਸਿਆ ਲੱਦਾਖ ਵਿਕਾਸ ਦੇ ਨਵੇਂ ਸਿਖਰਾਂ ਵੱਲ ਵਧ ਰਿਹਾ ਹੈ। ਹੁਣ ਸੈਂਟਰਲ ਯੂਨੀਵਰਸਿਟੀ ਉੱਥੇ ਬਣ ਰਹੀ ਹੈ, ਨਵੇਂ ਰਿਸਰਚ ਸੈਂਟਰ ਵੀ ਬਣ ਰਹੇ ਨੇ, ਹੋਟਲ ਮੈਨੇਜਮੈਂਟ ਦੇ ਕੋਰਸਿਸ ਉੱਥੇ ਚੱਲ ਰਹੇ ਨੇ, ਬਿਜਲੀ ਲਈ 7,500 ਮੈਗਾਵਾਟ ਦੇ ਸੋਲਰ ਪਾਰਕ ਦੇ ਨਿਰਮਾਣ ਦੀ ਯੋਜਨਾ ਬਣ ਰਹੀ ਹੈ। ਪਰ ਮੇਰੇ ਪਿਆਰੇ ਦੇਸ਼ ਵਾਸੀਓ, ਲੱਦਾਖ ਦੀਆਂ ਕਈ ਵਿਸ਼ੇਸ਼ਤਾਵਾਂ ਨੇ। ਇਹਨਾਂ ਵਿਸ਼ੇਸ਼ਤਾਵਾਂ ਨੂੰ ਅਸੀਂ ਸੰਭਾਲਣਾ ਵੀ ਹੈ ਅਤੇ ਸੰਵਾਰਨਾ ਵੀ ਹੈ। ਜਿਸ ਤਰ੍ਹਾਂ ਸਿੱਕਿਮ ਵਿੱਚ, ਸਾਡੇ ਨਾਰਥ ਈਸਟ ਵਿੱਚ ਸਿੱਕਿਮ ਨੇ ਆਪਣੀ ਇੱਕ ਆਰਗੈਨਿਕ ਸਟੇਟ ਦੀ ਪਛਾਣ ਬਣਾਈ ਹੈ, ਉਸੇ ਤਰ੍ਹਾਂ ਲੱਦਾਖ, ਲੇਹ, ਕਾਰਗਿਲ, ਇਹ ਪੂਰਾ ਖੇਤਰ ਸਾਡੇ ਦੇਸ਼ ਲਈ ਕਾਰਬਨ ਨਿਊਟਰਲ ਇਕਾਈ ਵਜੋਂ ਪਛਾਣ ਬਣਾ ਸਕਦਾ ਹੈ। ਇਸ ਲਈ ਭਾਰਤ ਸਰਕਾਰ ਉੱਥੋਂ ਦੇ ਨਾਗਰਿਕਾਂ ਨਾਲ ਮਿਲ ਕੇ ਇੱਕ ਨਮੂਨਾ ਰੂਪ ਕਾਰਬਨ ਨਿਊਟਰਲ, ਉਹ ਵੀ ਵਿਕਾਸ ਦਾ ਮਾਡਲ ਬਣ ਸਕਦਾ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਨੇ ਵਿਖਾਇਆ ਕਿ ਵਾਤਾਵਰਣ ਨਾਲ ਸੰਤੁਲਨ ਰੱਖਦੇ ਹੋਏ ਵੀ ਤੇਜ਼ ਵਿਕਾਸ ਸੰਭਵ ਹੈ। ਅੱਜ ਭਾਰਤ ਵਨ ਵਰਲਡ, ਵਨ ਸਨ, ਵਨ ਗ੍ਰਿਡ ਦੇ ਵਿਜ਼ਨ ਦੇ ਨਾਲ ਪੂਰੀ ਦੁਨੀਆ ਵਿੱਚ, ਖਾਸ ਕਰਕੇ ਸੂਰਜੀ ਊਰਜਾ ਦੇ ਖੇਤਰ ਵਿੱਚ ਪ੍ਰੇਰਿਤ ਕਰ ਰਿਹਾ ਹੈ।
ਰੀਨਿਊਏਬਲ ਐਨਰਜੀ ਦੇ ਉਤਪਾਦਨ ਦੇ ਮਾਮਲੇ 'ਚ ਅੱਜ ਭਾਰਤ ਦੁਨੀਆ ਦੇ 5 ਟੌਪ ਦੇਸ਼ਾਂ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ। ਪ੍ਰਦੂਸ਼ਣ ਦੇ ਸਮਾਧਾਨ ਨੂੰ ਲੈ ਕੇ ਭਾਰਤ ਸਜਗ ਵੀ ਹੈ ਅਤੇ ਭਾਰਤ ਸਰਗਰਮ ਵੀ ਹੈ। ਸਵੱਛ ਭਾਰਤ ਅਭਿਆਨ ਹੋਵੇ, ਧੂਆਂ ਮੁਕਤ ਰਸੋਈ ਗੈਸ ਦੀ ਗੱਲ ਹੋਏ, LED ਬਲਬ ਦਾ ਅਭਿਆਨ ਹੋਏ, CNG ਆਧਾਰਿਤ ਟਰਾਂਸਪੋਰਟੇਸ਼ਨ ਦੀ ਵਿਵਸਥਾ ਹੋਏ, ਇਲੈਕਟ੍ਰਿਕ ਮੋਬਿਲਿਟੀ ਦੇ ਲਈ ਕੋਸ਼ਿਸ਼ਾਂ ਹੋਣ, ਅਸੀਂ ਕੋਈ ਕਸਰ ਨਹੀਂ ਛੱਡ ਰਹੇ ਹਾਂ। ਪੈਟਰੋ ਤੋਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਥੇਨੋਲ ਉਤਪਾਦਨ ਨੂੰ ਵਧਾਉਣ ਅਤੇ ਉਸ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। 5 ਸਾਲ ਪਹਿਲਾਂ ਸਾਡੇ ਦੇਸ਼ 'ਚ ਇਥੇਨੋਲ ਦਾ ਉਤਪਾਦਨ 40 ਕਰੋੜ ਲੀਟਰ ਹੁੰਦਾ ਸੀ। ਅੱਜ 5 ਸਾਲਾਂ 'ਚ 5 ਗੁਣਾ ਵੱਧ ਗਿਆ ਅਤੇ ਅੱਜ 200 ਕਰੋੜ ਲੀਟਰ ਇਥੇਨੋਲ ਸਾਡੇ ਦੇਸ਼ 'ਚ ਬਣ ਰਿਹਾ, ਜੋ ਵਾਤਾਵਰਣ ਲਈ ਉਪਯੋਗੀ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਦੇਸ਼ ਦੇ 100 ਸ਼ਹਿਰਾਂ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਅਸੀਂ ਇੱਕ ਹੋਲਿਸਟਿਕ ਅਪਰੋਚ ਦੇ ਨਾਲ, ਇੱਕ ਇੰਟੀਗ੍ਰੇਟਿਡ ਅਪਰੋਚ ਨਾਲ, ਇੱਕ ਜਨ ਭਾਗੀਦਾਰੀ ਦੇ ਨਾਲ ਆਧੁਨਿਕ ਟੈਕਨੋਲੋਜੀ ਦਾ ਉਪਯੋਗ ਕਰ ਰਹੇ ਹਾਂ। ਅਸੀਂ ਪ੍ਰਦੂਸ਼ਣ ਘੱਟ ਕਰਨ ਲਈ ਇੱਕ ਮਿਸ਼ਨ ਮੋਡ ਵਿੱਚ ਕੰਮ ਕਰਨ ਵਾਲੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਭਾਰਤ ਇਹ ਗੱਲ ਗਰਵ ਨਾਲ ਕਹਿ ਸਕਦਾ ਹੈ ਕਿ ਭਾਰਤ ਉਹਨਾਂ ਬਹੁਤ ਘੱਟ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਜੰਗਲਾਂ ਦਾ ਵਿਸਥਾਰ ਹੋ ਰਿਹਾ ਹੈ। ਆਪਣੀ ਬਾਇਓਡਾਇਵਰਸਿਟੀ ਦੀ ਸੰਭਾਲ ਅਤੇ ਸਵਾਰਨ ਲਈ ਭਾਰਤ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਅਸੀਂ ਲੋਕਾਂ ਨੇ ਸਫਲਤਾਪੂਰਵਕ ਪ੍ਰੋਜੈਕਟ ਟਾਈਗਰ, ਪ੍ਰੋਜੈਕਟ ਐਲੀਫੈਂਟ ਅੱਗੇ ਵਧਾਇਆ। ਸਾਡੇ ਇੱਥੇ ਟਾਈਗਰ ਦੀ ਆਬਾਦੀ ਵਧੀ ਹੈ। ਆਉਣ ਵਾਲੇ ਦਿਨਾਂ 'ਚ ਏਸ਼ੀਆਟਿਕ ਲਾਇਨ, ਪ੍ਰੋਜੈਕਟ ਲਾਇਨ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਉਸ 'ਚ ਪ੍ਰੋਜੈਕਟ ਲਾਇਨ ਭਾਰਤੀ ਸ਼ੇਰਾਂ ਦੀ ਰੱਖਿਆ, ਸੁਰੱਖਿਆ ਅਤੇ ਖਾਸ ਕਰ ਉਹਨਾਂ ਲਈ ਜੋ ਜ਼ਰੂਰੀ ਹੈ ਹੈਲਥ ਇਨਫਰਾਸਟਰਕਚਰ, ਉਸ ਉੱਤੇ ਵੀ ਕੰਮ ਕੀਤਾ ਜਾਏਗਾ ਅਤੇ ਪ੍ਰੋਜੈਕਟ ਲਾਇਨ ਉੱਤੇ ਵੀ ਜ਼ੋਰ ਦਿੱਤਾ ਜਾਏਗਾ। ਨਾਲ ਹੀ ਇੱਕ ਹੋਰ ਕੰਮ ਨੂੰ ਵੀ ਅਸੀਂ ਵਧਾਵਾ ਦੇਣਾ ਚਾਹੁੰਦੇ ਹਾਂ ਅਤੇ ਉਹ ਹੈ ਪ੍ਰੋਜੈਕਟ ਡੋਲਫਿਨ। ਇਸ ਨੂੰ ਵੀ ਚਲਾਇਆ ਜਾਏਗਾ। ਨਦੀਆਂ 'ਚ, ਸਮੁੰਦਰ 'ਚ ਰਹਿਣ ਵਾਲੀਆਂ ਦੋਵਾਂ ਤਰ੍ਹਾਂ ਦੀਆਂ ਡੋਲਫਿਨਸ 'ਤੇ ਅਸੀਂ ਫੋਕਸ ਕਰਾਂਗੇ। ਇਸ ਨਾਲ ਬਾਇਓਡਾਇਵਰਸਿਟੀ ਨੂੰ ਵੀ ਬਲ ਮਿਲੇਗਾ ਅਤੇ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। ਇਹ ਟੂਰਿਜ਼ਮ ਦੇ ਆਕਰਸ਼ਣ ਦਾ ਵੀ ਕੇਂਦਰ ਹੁੰਦਾ ਹੈ। ਇਸ ਵਿਸ਼ੇ ਉੱਤੇ ਵੀ ਅਸੀਂ ਅੱਗੇ ਵਧਣ ਵਾਲੇ ਹਾਂ। ਮੇਰੇ ਪਿਆਰੇ ਦੇਸ਼ ਵਾਸੀਓ, ਜਦੋਂ ਅਸੀਂ ਇੱਕ ਅਸਾਧਾਰਨ ਮਕਸਦ ਨੂੰ ਲੈ ਕੇ ਅਸਾਧਾਰਨ ਯਾਤਰਾ 'ਤੇ ਨਿਕਲਦੇ ਹਾਂ ਤਾਂ ਰਸਤੇ 'ਚ ਚੁਣੌਤੀਆਂ ਦੀ ਭਰਮਾਰ ਹੁੰਦੀ ਹੈ ਅਤੇ ਚੁਣੌਤੀਆਂ ਵੀ ਆਮ ਨਹੀਂ ਹੁੰਦੀਆਂ। ਇੰਨੀਆਂ ਔਕੜਾਂ ਦੇ ਦਰਮਿਆਨ ਸਰਹੱਦ ਉੱਤੇ ਵੀ ਸਾਡੀ ਸਮਰੱਥਾ ਨੂੰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ, ਪਰ LOC ਤੋਂ ਲੈ ਕੇ LAC ਤੱਕ ਦੇਸ਼ ਦੀ ਸੰਪ੍ਰਭੂਤਾ ਉੱਤੇ ਜਿਸ ਕਿਸੇ ਨੇ ਵੀ ਅੱਖ ਚੁੱਕੀ, ਦੇਸ਼ ਦੀ ਸੈਨਾ ਨੇ, ਸਾਡੇ ਵੀਰ ਜਵਾਨਾਂ ਨੇ ਉਸ ਦਾ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ। ਭਾਰਤ ਦੀ ਸੰਪ੍ਰਭੂਤਾ ਦੀ ਰੱਖਿਆ ਲਈ ਪੂਰਾ ਦੇਸ਼ ਇੱਕ ਜੋਸ਼ ਨਾਲ ਭਰਿਆ ਹੋਇਆ ਹੈ, ਸੰਕਲਪਾਂ ਤੋਂ ਪ੍ਰੇਰਿਤ ਹੈ ਅਤੇ ਪੂਰੀ ਤਾਕਤ ਨਾਲ, ਅਟੁੱਟ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਇਸ ਸੰਕਲਪ ਲਈ ਸਾਡੇ ਵੀਰ ਜਵਾਨ ਕੀ ਕਰ ਸਕਦੇ ਨੇ, ਦੇਸ਼ ਕੀ ਕਰ ਸਕਦਾ ਹੈ, ਇਹ ਲੱਦਾਖ 'ਚ ਦੁਨੀਆ ਨੇ ਵੇਖ ਲਿਆ ਹੈ। ਮੈਂ ਅੱਜ ਮਾਤ ਭੂਮੀ ਉੱਤੇ ਨਿਛਾਵਰ ਉਹਨਾਂ ਸਾਰੇ ਵੀਰ ਜਵਾਨਾਂ ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਆਦਰਪੂਰਵਕ ਨਮਨ ਕਰਦਾ। ਆਤੰਕਵਾਦ ਹੋਏ ਜਾਂ ਵਿਸਥਾਰਵਾਦ, ਭਾਰਤ ਅੱਜ ਡਟ ਕੇ ਮੁਕਾਬਲਾ ਕਰ ਰਿਹਾ ਹੈ। ਅੱਜ ਦੁਨੀਆ ਦਾ ਭਾਰਤ ਉੱਤੇ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਪਰਿਸ਼ਦ ਦੇ ਅਸਥਾਈ ਮੈਂਬਰ ਦੇ ਰੂਪ 'ਚ 192 ਵਿੱਚੋਂ 184 ਦੇਸ਼ਾਂ ਦਾ ਭਾਰਤ ਨੂੰ ਸਮਰਥਨ ਮਿਲਣਾ, ਇਹ ਸਾਡੇ ਹਰ ਹਿੰਦੁਸਤਾਨੀ ਲਈ ਮਾਣ ਦੀ ਗੱਲ ਹੈ। ਵਿਸ਼ਵ 'ਚ ਅਸੀਂ ਕਿਸ ਤਰ੍ਹਾਂ ਆਪਣੀ ਪਹੁੰਚ ਬਣਾਈ ਹੈ, ਉਸ ਦਾ ਇਹ ਉਦਾਹਰਣ ਹੈ ਅਤੇ ਇਹ ਉਦੋਂ ਹੀ ਮੁਮਕਿਨ ਹੋ ਸਕਦਾ ਜਦੋਂ ਭਾਰਤ ਖੁਦ ਮਜ਼ਬੂਤ ਹੋਵੇ, ਭਾਰਤ ਸਸ਼ਕਤ ਹੋਵੇ, ਭਾਰਤ ਸੁਰੱਖਿਅਤ ਹੋਵੇ। ਇਸੇ ਸੋਚ ਦੇ ਨਾਲ
ਅੱਜ ਕਈ ਮੋਰਚਿਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਗੁਆਂਢੀ ਮੁਲਕਾਂ ਦੇ ਨਾਲ, ਭਾਵੇਂ ਉਹ ਸਾਡੇ ਨਾਲ ਜ਼ਮੀਨ ਨਾਲ ਜੁੜੇ ਹੋਣ ਜਾਂ ਸਮੁੰਦਰ ਨਾਲ, ਆਪਣੇ ਸਬੰਧਾਂ ਨੂੰ ਅਸੀਂ ਸੁਰੱਖਿਆ, ਵਿਕਾਸ ਅਤੇ ਵਿਸ਼ਵਾਸ ਦੀ ਸਾਂਝੇਦਾਰੀ ਦੇ ਨਾਲ ਜੋੜ ਰਹੇ ਹਾਂ। ਭਾਰਤ ਦੀ ਲਗਾਤਾਰ ਕੋਸ਼ਿਸ਼ ਹੈ ਕਿ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਅਸੀਂ ਆਪਣੇ ਸਦੀਆਂ ਪੁਰਾਣੇ ਸਾਂਸਕ੍ਰਿਤਿਕ, ਆਰਥਿਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਹੋਰ ਗਹਿਰਾਈ ਦੇਈਏ। ਦੱਖਣ ਏਸ਼ੀਆ 'ਚ ਦੁਨੀਆ ਦੀ 1/4 ਜਨਸੰਖਿਆ ਰਹਿੰਦੀ ਹੈ। ਅਸੀਂ ਸਹਿਯੋਗ ਅਤੇ ਸਹਿਭਾਗਤਾ ਨਾਲ ਇੰਨੀ ਵੱਡੀ ਜਨਸੰਖਿਆ ਦੇ ਵਿਕਾਸ ਅਤੇ ਸਮਰਿੱਧੀ ਦੀਆਂ ਅਣਗਿਣਤ ਸੰਭਾਵਨਾਵਾਂ ਪੈਦਾ ਕਰ ਸਕਦੇ ਹਾਂ। ਇਸ ਖੇਤਰ ਦੇ ਦੇਸ਼ਾਂ ਦੇ ਸਾਰੇ ਨੇਤਾਵਾਂ ਦੇ ਇਸ ਵਿਸ਼ਾਲ ਜਨ ਸਮੂਹ ਦੇ ਵਿਕਾਸ ਅਤੇ ਤਰੱਕੀ ਲਈ ਇੱਕ ਬਹੁਤ ਵੱਡੀ ਅਹਿਮ ਜ਼ਿੰਮੇਵਾਰੀ ਹੈ। ਉਸ ਨੂੰ ਪੂਰਾ ਕਰਨ ਲਈ ਦੱਖਣੀ ਏਸ਼ੀਆ ਦੇ ਇਹਨਾਂ ਸਭ ਖੇਤਰਾਂ ਦੇ ਸਾਰੇ ਲੋਕਾਂ ਨੂੰ, ਰਾਜਨੇਤਾਵਾਂ ਨੂੰ, ਸ਼ਾਸਕਾਂ ਨੂੰ, ਬੁੱਧੀਜੀਵੀਆਂ ਨੂੰ ਵੀ ਮੈਂ ਅੱਗੇ ਆਉਣ ਲਈ ਸੱਦਾ ਦਿੰਦਾ ਹਾਂ। ਇਸ ਪੂਰੇ ਖੇਤਰ 'ਚ ਜਿੰਨੀ ਸ਼ਾਂਤੀ ਹੋਏਗੀ, ਜਿੰਨੀ ਸੁਹਿਰਦਤਾ ਹੋਏਗੀ, ਓਨਾ ਹੀ ਇਹ ਮਾਨਵਤਾ ਦੇ ਹਿੱਤ 'ਚ ਹੋਏਗਾ। ਪੂਰੀ ਦੁਨੀਆ ਦਾ ਹਿੱਤ ਇਸ 'ਚ ਸਮੋਇਆ ਹੋਇਆ ਹੈ। ਅੱਜ ਗੁਆਂਢੀ ਸਿਰਫ ਉਹੀ ਨਹੀਂ ਹੈ ਜਿਨ੍ਹਾਂ ਨਾਲ ਸਾਡੀਆਂ ਭੂਗੋਲਿਕ ਸੁਵਿਧਾਵਾਂ ਮਿਲਦੀਆਂ ਨੇ, ਸਗੋਂ ਉਹ ਵੀ ਨੇ ਜਿਨ੍ਹਾਂ ਨਾਲ ਸਾਡੇ ਦਿਲ ਮਿਲਦੇ ਨੇ। ਜਿੱਥੇ ਰਿਸ਼ਤਿਆਂ 'ਚ ਸਮਰਸਤਾ ਹੁੰਦੀ ਹੈ, ਮੇਲ ਜੋਲ ਰਹਿੰਦਾ ਹੈ। ਮੈਨੂੰ ਖੁਸ਼ੀ ਹੈ ਕਿ ਬੀਤੇ ਕੁਝ ਸਮੇਂ 'ਚ ਭਾਰਤ ਨੇ ਐਕਸਟੈਂਡਡ ਨੇਬਰਹੁੱਡ ਦੇ ਸਾਰੇ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਪੱਛਮੀ ਏਸ਼ੀਆ ਦੇ ਦੇਸ਼ਾਂ ਨਾਲ ਸਾਡੇ ਰਾਜਨੀਤਿਕ, ਆਰਥਿਕ ਅਤੇ ਮਾਨਵੀ ਸਬੰਧਾਂ ਦੀ ਪ੍ਰਗਤੀ 'ਚ ਕਈ ਗੁਣਾ ਤੇਜ਼ੀ ਆਈ ਹੈ। ਵਿਸ਼ਵਾਸ ਕਈ ਗੁਣਾ ਵੱਧ ਗਿਆ ਹੈ। ਇਹਨਾਂ ਦੇਸ਼ਾਂ ਦੇ ਨਾਲ ਸਾਡੇ ਆਰਥਿਕ ਸਬੰਧ, ਖਾਸ ਕਰ ਊਰਜਾ ਖੇਤਰ 'ਚ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਇਸ ਨਾਲ ਕਈ ਦੇਸ਼ਾਂ 'ਚ ਬਹੁਤ ਵੱਡੀ ਤਾਦਾਦ 'ਚ ਸਾਡੇ ਭੈਣ ਭਰਾ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਇਹਨਾਂ ਦੇਸ਼ਾਂ ਨੇ ਕਰੋਨਾ ਦੇ ਸੰਕਟ ਦੇ ਸਮੇਂ ਭਾਰਤੀਆਂ ਦੀ ਮਦਦ ਕੀਤੀ, ਭਾਰਤ ਸਰਕਾਰ ਦੇ ਅਨੁਰੋਧ ਦਾ ਸਨਮਾਨ ਕੀਤਾ, ਉਸ ਦੇ ਲਈ ਭਾਰਤ ਉਹਨਾਂ ਸਾਰੇ ਦੇਸ਼ਾਂ ਦਾ ਸ਼ੁਕਰਗੁਜ਼ਾਰ ਹੈ ਅਤੇ ਮੈਂ ਆਪਣਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਇਸ ਤਰ੍ਹਾਂ ਸਾਡੇ ਪੂਰਬ ਦੇ ਆਸੀਆਨ ਦੇਸ਼, ਜੋ ਸਾਡੇ ਮੈਰੀਟਾਈਮ ਗੁਆਂਢੀ ਵੀ ਨੇ, ਉਹ ਵੀ ਸਾਡੇ ਲਈ ਵਿਸ਼ੇਸ਼ ਮਹੱਤਵ ਰੱਖਦੇ ਨੇ। ਇਹਨਾਂ ਨਾਲ ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਧਾਰਮਿਕ ਅਤੇ ਸਾਂਸਕ੍ਰਿਤਿਕ ਸੰਬੰਧ ਹੈ। ਬੌਧ ਧਰਮ ਦੀਆਂ ਪਰੰਪਰਾਵਾਂ ਸਾਨੂੰ ਉਹਨਾਂ ਨਾਲ ਜੋੜਦੀਆਂ ਨੇ। ਅੱਜ ਭਾਰਤ ਇਹਨਾਂ ਦੇਸ਼ਾਂ ਦੇ ਨਾਲ ਸਿਰਫ ਸੁਰੱਖਿਆ ਖੇਤਰ 'ਚ ਹੀ ਨਹੀਂ, ਸਗੋਂ ਸਮੁੰਦਰੀ ਸੰਪਦਾ ਦੇ ਖੇਤਰ 'ਚ ਵੀ ਸਹਿਯੋਗ ਵਧਾ ਰਿਹਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਭਾਰਤ ਦੀਆਂ ਜਿੰਨੀਆਂ ਕੋਸ਼ਿਸ਼ਾਂ ਸ਼ਾਂਤੀ ਅਤੇ ਸੁਹਿਰਦਤਾ ਲਈ ਨੇ, ਓਨੀ ਹੀ ਪ੍ਰਤੀਬੱਧਤਾ ਆਪਣੀ ਸੁਰੱਖਿਆ ਅਤੇ ਆਪਣੀਆਂ ਸੈਨਾਵਾਂ ਨੂੰ ਸਸ਼ਕਤ ਕਰਨ ਲਈ ਵੀ ਹੈ। ਰੱਖਿਆ ਉਤਪਾਦਨ 'ਚ ਆਤਮ ਨਿਰਭਰ ਭਾਰਤ ਲਈ ਸਖਤ ਕਦਮ ਚੁੱਕੇ ਗਏ ਨੇ। ਹੁਣੇ 100 ਤੋਂ ਜ਼ਿਆਦਾ ਸੈਨਿਕ ਉਪਕਰਣਾਂ ਦੇ ਆਯਾਤ ਉੱਤੇ ਅਸੀਂ ਰੋਕ ਲਾ ਦਿੱਤੀ ਹੈ। ਮਿਜ਼ਾਈਲਾਂ ਤੋਂ ਲੈ ਕੇ ਹਲਕੇ ਯੁੱਧ ਹੈਲੀਕਾਪਟਰਾਂ ਤੱਕ, ਅਸਾਲਟ ਰਾਈਫਲ ਤੋਂ ਲੈ ਕੇ ਟਰਾਂਸਪੋਰਟ ਏਅਰਕ੍ਰਾਫਟ ਤੱਕ, ਸਭ ਕੁਝ ਮੇਕ ਇਨ ਇੰਡੀਆ ਹੋਏਗਾ। ਆਪਣਾ ਤੇਜਸਵੀ, ਆਪਣਾ ਤੇਜ ਅਤੇ ਆਪਣੀ ਤਾਕਤ ਦਿਖਾਉਣ ਲਈ ਆਧੁਨਿਕ ਜ਼ਰੂਰਤਾਂ ਦੇ ਹਿਸਾਬ ਨਾਲ ਤਿਆਰ ਹੋ ਰਿਹਾ ਹੈ। ਦੇਸ਼ ਦੀ ਸੁਰੱਖਿਆ 'ਚ ਸਾਡੇ ਬਾਰਡਰ ਅਤੇ ਕੋਸਟਲ ਇਨਫਰਾਸਟ੍ਰਕਚਰ ਦੀ ਬਹੁਤ ਵੱਡੀ ਭੂਮਿਕਾ ਹੈ। ਅੱਜ ਹਿਮਾਲਾ ਦੀਆਂ ਚੋਟੀਆਂ ਹੋਣ ਜਾਂ ਹਿੰਦ ਮਹਾਸਾਗਰ ਦੇ ਦੀਪ, ਹਰ ਦਿਸ਼ਾ 'ਚ ਗਣਿਤ ਇਕੁਇਟੀ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਵੱਡੇ ਪੱਧਰ ਉੱਤੇ ਸਾਡੇ ਦੇਸ਼ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਨਵੀਆਂ ਸੜਕਾਂ ਤਿਆਰ ਕੀਤੀਆਂ ਗਈਆਂ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਸਾਡਾ ਇੰਨਾ ਵੱਡਾ ਸਮੁੰਦਰ ਤੱਟ ਹੈ, ਪਰ ਨਾਲ ਹੀ ਸਾਡੇ ਕੋਲ 1300 ਤੋਂ ਜ਼ਿਆਦਾ ਆਈਲੈਂਡਸ ਨੇ। ਕੁਝ 94 ਆਈਲੈਂਡਸ ਦੇ ਮਹੱਤਵ ਨੂੰ ਵੇਖਦਿਆਂ ਹੋਇਆਂ ਇਹਨਾਂ ਨੂੰ ਤੇਜ਼ੀ ਨਾਲ ਵਿਕਸਿਤ ਕਰਨ ਉੱਤੇ ਅਸੀਂ ਅੱਗੇ ਵਧ ਰਹੇ ਹਾਂ। ਤੁਸੀਂ ਵੇਖਿਆ ਹੋਣਾ,
ਪਿਛਲੇ ਹਫ਼ਤੇ 4 ਦਿਨ ਪਹਿਲਾਂ ਅੰਡੇਮਾਨ ਨਿਕੋਬਾਰ 'ਚ ਸਬਮਰੀਨ ਆਪਟੀਕਲ ਫਾਈਬਰ ਕੇਬਲ ਪ੍ਰੋਜੈਕਟ ਦਾ ਉਦਘਾਟਨ ਹੋਇਆ। ਅੰਡੇਮਾਨ ਨਿਕੋਬਾਰ ਨੂੰ ਵੀ ਚੇਨਈ ਤੇ ਦਿੱਲੀ ਵਰਗੀ ਇੰਟਰਨੈੱਟ ਸੁਵਿਧਾ ਹੁਣ ਉਪਲਬਧ ਹੋਏਗੀ। ਹੁਣ ਅਸੀਂ ਅੱਗੇ ਲਕਸ਼ਦੀਪ ਨੂੰ ਵੀ ਇਸੇ ਤਰ੍ਹਾਂ ਜੋੜਨ ਲਈ ਕੰਮ ਨੂੰ ਅੱਗੇ ਵਧਾਉਣ ਵਾਲੇ ਹਾਂ। ਅਗਲੇ 1000 ਦਿਨਾਂ 'ਚ ਲਕਸ਼ਦੀਪ ਨੂੰ ਵੀ ਇੰਟਰਨੈੱਟ ਦੀ ਸੁਵਿਧਾ ਨਾਲ ਜੋੜਨ ਦਾ ਅਸੀਂ ਟੀਚਾ ਰੱਖਿਆ ਹੈ। ਬਾਰਡਰ ਤੇ ਕੋਸਟਲ ਏਰੀਆ ਦੇ ਵਿਕਾਸ ਨੂੰ ਵੀ ਸੁਰੱਖਿਆ ਨੂੰ ਕੇਂਦਰ 'ਚ ਰੱਖਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ ਤੇ ਇਸ ਲਈ ਅਸੀਂ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਰਹੇ ਹਾਂ। ਸਾਡੇ ਜੋ ਬਾਰਡਰ ਇਲਾਕੇ ਨੇ, ਸਾਡੇ ਜੋ ਕੋਸਟਲ ਇਲਾਕੇ ਨੇ, ਉਥੋਂ ਦੇ ਕਰੀਬ 173 ਡਿਸਟ੍ਰਿਕਟਸ ਨੇ ਜੋ ਕਿਸੇ ਨਾ ਕਿਸੇ ਦੇਸ਼ ਦੀ ਸਰਹੱਦ ਨਾਲ ਜੁੜੇ ਹੋਏ ਨੇ। ਆਉਣ ਵਾਲੇ ਦਿਨਾਂ 'ਚ NCC ਦਾ ਵਿਸਥਾਰ ਉਹਨਾਂ ਬਾਰਡਰ ਡਿਸਟ੍ਰਿਕਟਸ ਦੇ ਨੌਜਵਾਨਾਂ ਲਈ ਕੀਤਾ ਜਾਏਗਾ। ਬਾਰਡਰ ਏਰੀਆ ਲਈ ਅਸੀਂ ਕਰੀਬ 1 ਲੱਖ ਕੈਡਿਟਸ ਤਿਆਰ ਕਰਾਂਗੇ ਅਤੇ ਉਸ 'ਚ ਸਾਡੀਆਂ 1/3 ਬੇਟੀਆਂ ਹੋਣ, ਇਹ ਵੀ ਕੋਸ਼ਿਸ਼ ਰਹੇਗੀ। ਬਾਰਡਰ ਏਰੀਆ ਦੇ ਕੈਡਿਟਸ ਨੂੰ ਸੈਨਾ ਟ੍ਰੇਨ ਕਰੇਗੀ। ਕੋਸਟਲ ਏਰੀਆ ਦੇ ਜੋ ਕੈਡਿਟਸ ਨੇ ਉਹਨਾਂ ਨੂੰ ਨੇਵੀ ਦੇ ਲੋਕ ਟ੍ਰੇਨਿੰਗ ਦੇਣਗੇ ਅਤੇ ਜਿੱਥੇ ਏਅਰ ਬੇਸ ਹੈ ਉੱਥੋਂ ਦੇ ਕੈਡਿਟਸ ਨੂੰ ਏਅਰ ਫੋਰਸ ਵੱਲੋਂ ਟ੍ਰੇਨਿੰਗ ਦਿੱਤੀ ਜਾਏਗੀ। ਬਾਰਡਰ ਅਤੇ ਕੋਸਟਲ ਏਰੀਆ ਨੂੰ ਮੁਸੀਬਤਾਂ ਮੁਸ਼ਕਿਲਾਂ ਨਾਲ ਨਜਿੱਠਣ ਲਈ ਇੱਕ ਟ੍ਰੇਨਡ ਮੈਨ ਪਾਵਰ ਮਿਲੇਗਾ। ਯੁਵਾਵਾਂ ਨੂੰ ਆਰਮਡ ਫੋਰਸਿਸ 'ਚ ਕੈਰੀਅਰ ਬਣਾਉਣ ਲਈ ਜ਼ਰੂਰੀ ਸਕਿੱਲ ਵੀ ਮਿਲੇਗੀ। ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਸਾਲ ਲਾਲ ਕਿਲ੍ਹੇ ਤੋਂ ਮੈਂ ਕਿਹਾ ਸੀ ਕਿ ਬੀਤੇ 5 ਸਾਲ ਜ਼ਰੂਰੀ ਲੋੜਾਂ ਦੀ ਪੂਰਤੀ ਅਤੇ ਅਗਲੇ 5 ਸਾਲ ਆਕਾਂਖਸ਼ਾਵਾਂ ਦੀ ਪੂਰਤੀ ਲਈ। ਬੀਤੇ 1 ਸਾਲ 'ਚ ਹੀ ਦੇਸ਼ ਨੇ ਵੱਡੇ ਅਤੇ ਮਹੱਤਵਪੂਰਨ ਫੈਸਲਿਆਂ ਦੇ ਪੜਾਅ ਨੂੰ ਪਾਰ ਕਰ ਲਿਆ ਹੈ। ਭਾਰਤ ਦੇ ਕਿੰਨੇ ਹੀ ਪਿੰਡਾਂ ਨੇ ਆਪਣੇ ਆਪ ਨੂੰ ਖੁੱਲ੍ਹੇ 'ਚ ਸ਼ੌਚ ਤੋਂ ਮੁਕਤ ਕੀਤਾ ਹੈ। ਪ੍ਰਤਾੜਿਤ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ, ਦਲਿਤ, ਪਿਛੜੇ, OBC, SC, ST ਦੇ ਲਈ ਰਾਖਵੇਂਕਰਨ ਦੇ ਅਧਿਕਾਰ ਨੂੰ ਵਧਾਉਣ ਦੀ ਗੱਲ ਹੋਏ, ਅਸਮ ਅਤੇ ਤ੍ਰਿਪੁਰਾ 'ਚ ਇਤਿਹਾਸਕ ਸ਼ਾਂਤੀ ਸਮਝੌਤਾ ਹੋਏ, ਫੌਜ ਦੀ ਸਮੂਹਿਕ ਸ਼ਕਤੀ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਹੋਏ, ਕਰਤਾਰਪੁਰ ਸਾਹਿਬ ਕੋਰੀਡੋਰ ਦਾ ਰਿਕਾਰਡ ਸਮੇਂ 'ਚ ਨਿਰਮਾਣ ਹੋਏ, ਦੇਸ਼ ਨੇ ਇਤਿਹਾਸ ਬਣਾਇਆ ਹੈ। ਇਤਿਹਾਸ ਰਚਦਿਆਂ ਵੇਖਿਆ, ਅਸਾਧਾਰਨ ਕੰਮ ਕਰਕੇ ਵਿਖਾਇਆ। 10 ਦਿਨ ਪਹਿਲਾਂ ਅਯੋਧਿਆ 'ਚ ਭਗਵਾਨ ਰਾਮ ਦੇ ਭਵਯ ਮੰਦਰ ਦਾ ਨਿਰਮਾਣ ਸ਼ੁਰੂ ਹੋਇਆ। ਰਾਮ ਜਨਮ ਭੂਮੀ ਦੇ ਸਦੀਆਂ ਪੁਰਾਣੇ ਮਸਲੇ ਦਾ ਹੱਲ ਹੋ ਚੁੱਕਾ ਹੈ। ਦੇਸ਼ ਦੇ ਲੋਕਾਂ ਨੇ ਜਿਸ ਸੰਜਮ ਦੇ ਨਾਲ ਅਤੇ ਸਮਝਦਾਰੀ ਦੇ ਨਾਲ ਵਿਵਹਾਰ ਕੀਤਾ ਹੈ, ਇਹ ਆਪਣੇ ਆਪ 'ਚ ਖਾਸ ਹੈ ਅਤੇ ਭਵਿੱਖ ਵਿੱਚ ਸਾਡੇ ਲਈ ਪ੍ਰੇਰਣਾਦਾਇਕ ਹੈ। ਸ਼ਾਂਤੀ, ਏਕਤਾ ਅਤੇ ਸਦਭਾਵਨਾ, ਇਹੀ ਆਤਮ ਨਿਰਭਰ ਭਾਰਤ ਦੀ ਤਾਕਤ ਬਣਨ ਵਾਲੀ ਹੈ। ਇਹੀ ਮੇਲ ਜੋਲ, ਇਹ ਸਦਭਾਵ ਭਾਰਤ ਦੇ ਉੱਜਵਲ ਭਵਿੱਖ ਦੀ ਗਰੰਟੀ ਹੈ। ਇਸੇ ਸਦਭਾਵ ਦੇ ਨਾਲ ਸਾਨੂੰ ਅੱਗੇ ਵਧਣਾ ਹੈ। ਇਸ ਵਿਕਾਸ ਦੇ ਮਹਾਯੁੱਧ 'ਚ ਹਰ ਹਿੰਦੁਸਤਾਨੀ ਨੂੰ ਕੁਝ ਨਾ ਕੁਝ ਹਿੱਸਾ ਪਾਉਣਾ ਹੈ। ਇਸ ਦਹਾਕੇ 'ਚ ਭਾਰਤ ਨਵੀਂ ਨੀਤੀ ਅਤੇ ਨਵੀਂ ਰੀਤੀ ਨਾਲ ਅੱਗੇ ਵਧੇਗਾ। ਹੁਣ ਸਧਾਰਨ ਨਾਲ ਕੰਮ ਨਹੀਂ ਚੱਲੇਗਾ। ਹੁਣ ਹੁੰਦਾ ਹੈ, ਚੱਲਦਾ ਹੈ ਤੋਂ ਕੰਮ ਨਹੀਂ ਚੱਲੇਗਾ। ਅਸੀਂ ਦੁਨੀਆ 'ਚ ਕਿਸੇ ਤੋਂ ਪਿੱਛੇ ਨਹੀਂ, ਅਸੀਂ ਸਭ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਾਂਗੇ ਅਤੇ ਇਸੇ ਲਈ ਸਰਵੋਤਮ ਉਤਪਾਦਨ, ਸਰਵੋਤਮ ਹਿਊਮਨ ਰਿਸੋਰਸਿਸ, ਸਰਵੋਤਮ ਗਵਰਨੈਂਸ, ਹਰ ਚੀਜ਼ 'ਚ ਸਰਵੋਤਮ ਲਕਸ਼ ਨੂੰ ਲੈ ਕੇ ਆਜ਼ਾਦੀ ਦੇ 75 ਸਾਲਾਂ ਲਈ ਅਸੀਂ ਅੱਗੇ ਵਧਣਾ ਹੈ। ਸਾਡੀਆਂ ਪਾਲਿਸੀਜ਼, ਸਾਡੇ ਪ੍ਰੋਡਕਟਸ, ਸਾਡੀਆਂ ਕੋਸ਼ਿਸ਼ਾਂ ਸਭ ਕੁਝ ਵਧੀਆ ਤੋਂ ਵਧੀਆ ਹੋਣ, ਬੈਸਟ ਹੋਣ, ਤਾਂ ਹੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਪਰਿਕਲਪਨਾ ਸਾਕਾਰ ਹੋਏਗੀ। ਅੱਜ ਸਾਨੂੰ ਫਿਰ ਤੋਂ ਸੰਕਲਪ ਲੈਣ ਦੀ ਜ਼ਰੂਰਤ ਹੈ। ਇਹ ਸੰਕਲਪ ਆਜ਼ਾਦੀ ਲਈ ਬਲੀਦਾਨ ਦੇਣ ਵਾਲਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਹੋਏ। ਇਹ ਸੰਕਲਪ 130 ਕਰੋੜ ਦੇਸ਼ਵਾਸੀਆਂ ਲਈ ਹੋਏ। ਇਹ ਸੰਕਲਪ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਏ।
ਉਹਨਾਂ ਦੇ ਉਜਵਲ ਭਵਿੱਖ ਲਈ ਹੋਏ, ਇਹ ਸੰਕਲਪ ਆਤਮ ਨਿਰਭਰ ਭਾਰਤ ਲਈ ਹੋਏ। ਸਾਨੂੰ ਸਹੁੰ ਖਾਣੀ ਪਏਗੀ, ਸਾਨੂੰ ਪ੍ਰਤਿੱਗਿਆ ਲੈਣੀ ਪਏਗੀ। ਅਸੀਂ ਆਯਾਤ ਨੂੰ ਘੱਟ ਤੋਂ ਘੱਟ ਕਰਨ ਦੀ ਦਿਸ਼ਾ 'ਚ ਯੋਗਦਾਨ ਕਰਾਂਗੇ। ਅਸੀਂ ਆਪਣੇ ਛੋਟੇ ਉਦਯੋਗਾਂ ਨੂੰ ਸਸ਼ਕਤ ਕਰਾਂਗੇ। ਅਸੀਂ ਲੋਕਲ ਲਈ ਵੋਕਲ ਬਣਾਂਗੇ ਅਤੇ ਅਸੀਂ ਸਭ ਜ਼ਿਆਦਾ ਇਨੋਵੇਟਿਵ ਬਣਾਂਗੇ। ਇੰਪਾਵਰ ਕਰਾਂਗੇ ਆਪਣੇ ਨੌਜਵਾਨਾਂ ਨੂੰ, ਮਹਿਲਾਵਾਂ ਨੂੰ, ਆਦੀਵਾਸੀਆਂ, ਦਿਵਿਆਂਗਜਨਾਂ ਨੂੰ, ਦਲਿਤਾਂ ਨੂੰ, ਗਰੀਬਾਂ ਨੂੰ, ਪਿੰਡਾਂ ਨੂੰ, ਪਿਛੜੇ ਇਲਾਕਿਆਂ ਨੂੰ, ਹਰ ਕਿਸੇ ਨੂੰ। ਅੱਜ ਭਾਰਤ ਨੇ ਸ਼ਾਨਦਾਰ ਰਫ਼ਤਾਰ ਨਾਲ ਨਾਮੁਮਕਿਨ ਨੂੰ ਮੁਮਕਿਨ ਕੀਤਾ ਹੈ। ਇਸੇ ਇੱਛਾ ਸ਼ਕਤੀ, ਇਸੇ ਲਗਨ, ਇਸੇ ਜਜ਼ਬੇ ਦੇ ਨਾਲ ਹਰ ਭਾਰਤੀ ਨੇ ਅੱਗੇ ਵਧਣਾ ਹੈ। ਸਾਲ 2022 ਸਾਡੀ ਆਜ਼ਾਦੀ ਦੇ 75 ਸਾਲਾਂ ਦਾ ਪਰਵ ਬਸ ਆ ਹੀ ਗਿਆ ਹੈ। ਅਸੀਂ ਇੱਕ ਕਦਮ ਦੂਰ ਹਾਂ। ਅਸੀਂ ਦਿਨ ਰਾਤ ਇੱਕ ਕਰ ਦੇਣਾ ਹੈ। 21ਵੀਂ ਸਦੀ ਦਾ ਇਹ ਤੀਸਰਾ ਦਹਾਕਾ ਸਾਡੇ ਸੁਪਨਿਆਂ ਨੂੰ ਪੂਰਾ ਕਰਨ ਦਾ ਦਹਾਕਾ ਹੋਣਾ ਚਾਹੀਦਾ ਹੈ। ਕਰੋਨਾ ਵੱਡੀ ਆਪਦਾ ਹੈ, ਪਰ ਇੰਨੀ ਵੱਡੀ ਨਹੀਂ ਕਿ ਆਤਮ ਨਿਰਭਰ ਭਾਰਤ ਦੀ ਵਿਜੇ ਯਾਤਰਾ ਨੂੰ ਰੋਕ ਸਕੇ। ਮੈਂ ਵੇਖ ਸਕਦਾ ਕਿ ਇੱਕ ਨਵੇਂ ਪ੍ਰਭਾਤ ਦੀ ਲਾਲਿਮਾ, ਇੱਕ ਨਵੇਂ ਆਤਮ ਵਿਸ਼ਵਾਸ ਦਾ ਆਗਾਜ਼, ਇੱਕ ਨਵੇਂ ਆਤਮ ਨਿਰਭਰ ਭਾਰਤ ਦਾ ਸ਼ੰਖਨਾਦ। ਇੱਕ ਵਾਰ ਫਿਰ ਆਪ ਸਭ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਸ਼ੁਭਕਾਮਨਾਵਾਂ। ਆਓ ਮੇਰੇ ਨਾਲ ਦੋਵੇਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ, ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੀ ਜੈ। ਵੰਦੇ ਮਾਤਰਮ, ਵੰਦੇ ਮਾਤਰਮ। ਜੈ ਹਿੰਦ।